ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਹਾਜ਼ਰ ਹਾਂ। ਹਰ ਰੋਜ਼ ਦੀ ਤਰ੍ਹਾਂ ਹੀ ਹਰਬੰਸ ਸਿੰਘ ਜੀ ਨਾਲ ਨੇ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਚੜ੍ਹਦੀ ਕਲਾ ਦੇ ਵਿੱਚ ਰਹੋ, ਜ਼ਿੰਦਾਬਾਦ ਰਹੋ। ਨਵੇਂ ਸਾਲ ਦਾ ਇਹ ਪਹਿਲਾ ਪ੍ਰੋਗਰਾਮ ਆ। ਜਿਵੇਂ ਤੁਸੀਂ ਪਿਛਲੇ ਵਰ੍ਹਿਆਂ ਦੇ ਵਿੱਚ ਬੇਹੱਦ ਮੁਹੱਬਤ ਦਿੱਤੀ ਆ, ਜਿਵੇਂ ਆਪਣੀ ਪਰਿਵਾਰਕ ਸਾਂਝ ਬਣੀ ਆ, ਉਸੇ ਤਰੀਕੇ ਦੇ ਨਾਲ ਇਹ ਸਾਂਝ ਹੋਰ ਪੀੜੀ ਹੁੰਦੀ ਰਹੇ, ਇਹ ਸਾਂਝ ਹੋਰ ਅੱਗੇ ਤੋਂ ਅੱਗੇ ਵੱਧਦੀ ਰਹੇ, ਇੱਕ ਦੂਜੇ ਦੇ ਨਾਲ ਆਉਣ ਜਾਣ ਬਣਿਆ ਰਹੇ ਤੇ ਮੁਹੱਬਤ ਦੀ ਸਾਂਝ ਤਾਂ ਐਂ ਹੀ ਪੁੱਗਦੀ ਆ ਜਿਵੇਂ ਆਪਾਂ ਭਗਾਉਂਦੇ ਆ। ਸੋ ਪਹਿਲਾਂ ਕਰਦੇ ਸਵਾਗਤ। ਸਤਿ ਸ਼੍ਰੀ ਅਕਾਲ ਟਾਣਾ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਬੇਹੱਦ ਮੁਬਾਰਕਾਂ ਜੀ, ਮੇਰੇ ਵੱਲੋਂ ਵੀ ਤੇ ਪ੍ਰਾਈਮ ਏਸ਼ੀਆ ਟੀਵੀ ਦੀ ਸਮੁੱਚੀ ਟੀਮ ਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਕਰੇ ਨਵਾਂ ਵਰ੍ਹਾ ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੇ ਖੇੜੇ ਤੇ ਜੋ ਕੁਝ ਮਾੜਾ ਵਾਪਰਿਆ ਉਹਨੂੰ ਪਿੱਛੇ ਛੱਡ ਕੇ ਤੇ ਸਾਰਾ ਕੁਝ ਤੁਹਾਡੀ ਝੋਲੀ ਦੇ ਵਿੱਚ ਪਾਵੇ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਆ। ਦੇਖੋ, ਗੱਲ ਇਹ ਆ ਵੀ ਬਹੁਤ ਵਾਰ ਨਾ ਕੁਝ ਮਾੜਾ ਹੁੰਦਾ ਜਾਂ ਸਾਨੂੰ ਮਾੜਾ ਲੱਗਦਾ ਜੀ, ਉਹਨੂੰ ਥੋੜਾ ਜਿਹਾ ਅਣਡਿੱਠ ਕਰਕੇ ਤੇ ਅੱਗੇ ਵਧਣ ਦੀ ਜਾਂਚ ਸਿੱਖਣੀ ਚਾਹੀਦੀ ਆ। ਤੇ 2023 ਦੇ ਵਿੱਚ ਇਹ ਜਾਂਚ ਸਭ ਨੂੰ ਆਵੇ। ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਉਹਨਾਂ ਨੂੰ ਕਦੇ ਦੂਰ ਨਾ ਹੋਣ ਦਿਓ ਤੇ ਜਿਨ੍ਹਾਂ ਦੇ ਉੱਤੇ ਕਲਪਦੇ ਹੋ ਤੇ ਉਹਨਾਂ ਦੇ ਵੱਲ ਖਿਆਲ ਨਾ ਕਰੋ। ਸਾਡੀ ਸਮੱਸਿਆ ਆਮ ਤੌਰ ਦੇ ਉੱਤੇ ਬਣ ਗਈ ਆ ਵੀ ਉਹ ਬੰਦਾ ਚੰਗਾ ਨਹੀਂ ਲੱਗਦਾ ਤੇ ਵਿੱਚ ਵੀ ਉਹਦੇ ਵੜਦੇ ਜਾ ਕੇ। ਬਿਲਕੁਲ ਸਹੀ। ਉਹ ਬੰਦਾ ਗੰਦਾ ਬਹੁਤ ਆ ਪਰ ਮੈਂ ਉਹਨੂੰ ਜਾਣਨਾ, ਮੈਨੂੰ ਉਹਦੀ ਕੱਲੀ ਕੱਲੀ ਗੱਲ ਦਾ ਪਤਾ ਵੀ ਤੁਸੀਂ ਬਹੁਤ ਵੱਡੇ, ਮੈਂ ਕੀ ਕਹਾਂ ਹੁਣ ਛੱਡ ਦਿਓ, ਬਸ ਸਮਝ ਗਏ ਸਮਝਣ ਵਾਲੇ। ਸਾਰਾ ਕੁਝ ਗੱਲ ਇਹ ਹੈ ਕਿ ਆਪਣੀ ਜ਼ਿੰਦਗੀ ਵੱਲ ਜੇ ਖਿਆਲ ਕਰਾਂਗੇ ਤਾਂ ਜ਼ਿਆਦਾ ਖੁਸ਼ ਰਵਾਂਗੇ। ਦੂਜਿਆਂ ਦੀ ਜ਼ਿੰਦਗੀ 'ਚ ਤਾਂ ਆਪਾਂ ਨੂੰ ਫਿਰ ਵੀ ਕੋਈ ਨਾ ਕੋਈ ਨਗੋਚਾ ਹੀ ਨਜ਼ਰ ਆਉਂਦੀਆਂ ਨੇ, ਬਿਲਕੁਲ ਸਹੀ ਗੱਲ, ਕੋਈ ਮਾੜੀਆਂ ਚੀਜ਼ਾਂ ਹੀ ਨਜ਼ਰ ਆਉਂਦੀਆਂ। ਬਿਲਕੁਲ ਜੀ, 2023 ਚ ਬੱਲੇ ਬੱਲੇ ਹੋ ਜਾਏ ਜੀ, ਗੱਲ ਇਹ ਆ ਜੀ। ਸੋ ਇਹਦੇ ਉੱਤੇ ਚਾਹੀਦਾ ਵਿਚਾਰ ਦੇ ਦਈਏ। ਦੂਜਿਆਂ ਦੀ ਜ਼ਿੰਦਗੀ 'ਚ ਨਗੋਚਾ ਕੱਢਣ ਨਾਲੋਂ ਚੰਗਾ ਹੈ, ਦੂਜਿਆਂ ਦੀ ਜ਼ਿੰਦਗੀ 'ਚ ਨਗੋਚਾ ਕੱਢਣ ਨਾਲੋਂ ਚੰਗਾ ਹੈ ਆਪਣੀ ਜ਼ਿੰਦਗੀ ਵੱਲ ਖਿਆਲ ਕਰੀਏ। ਹੋ ਸਕਦਾ ਆਪਣਾ ਕੁਝ ਸਮਝ ਜਾਏ। ਵੈਰੀ ਨਾਈਸ, ਥੈਂਕ ਯੂ, ਵੈਰੀ ਔਸਮ, ਸ਼ੁਕਰੀਆ। ਤੇ ਆਖਰੀ ਸ਼ਬਦ ਕਹਿ ਦਿਓ ਵੰਡਰਫੁਲ। ਸ਼ੁਕਰੀਆ। ਹੁਣ ਤੁਹਾਡੇ ਵਾਲਾ ਚਾਹੀਦਾ ਵਿਚਾਰ। ਦੇਖੋ ਵੀ ਬਹੁਤ ਵਧੀਆ ਸੀ, ਸਹੀ ਗੱਲ ਆ ਵੀ ਆਪਣੇ ਕੋਲੇ ਇੰਨਾ ਵਕਤ ਹੀ ਕਿਉਂ ਆ ਵੀ ਆਪਾਂ ਵਿੱਚ ਘੁਸਣਾ ਹੀ ਘੁਸਣਾ, ਆਪਾਂ ਵਿੱਚ ਵੜਨਾ ਹੀ ਵੜਨਾ। ਬਈ ਗੱਲ ਹੈ ਵੀ ਤੁਸੀਂ ਵੀ ਆਪਦਾ ਜ਼ਿੰਦਗੀ ਜਿਓ ਤੇ ਬਾਕੀਆਂ ਨੂੰ ਵੀ ਜਿਉਣ ਦਿਓ। ਤੇ ਹੁਣ ਮੇਰੇ ਵਾਲਾ ਚੱਜਰਾ ਵਿਚਾਰ ਗੌਰ ਨਾਲ ਸੁਣਿਓ, ਬੜਾ ਮਹੱਤਵਪੂਰਨ ਆ। ਤੁਸੀਂ ਕਿਸੇ ਵੀ ਬੰਦੇ ਨੂੰ ਕਈ ਵਰ੍ਹਿਆਂ ਦੇ ਵਿੱਚ ਓਨਾ ਨਹੀਂ ਜਾਣ ਸਕਦੇ। ਤੁਸੀਂ ਕਿਸੇ ਵੀ ਵਿਅਕਤੀ ਨੂੰ ਕਈ ਵਰ੍ਹਿਆਂ ਦੇ ਵਿੱਚ ਓਨਾ ਨਹੀਂ ਜਾਣ ਸਕਦੇ ਜਿੰਨਾ ਉਹਨੂੰ ਇੱਕ ਵਾਰ ਗੁੱਸੇ ਦੇ ਵਿੱਚ ਮੂੰਹ ਚੋਂ ਭਾਂਬੜ ਕੱਢਦੇ ਹੋਏ ਦੇਖ ਕੇ ਜਾਣ ਲੈਂਦੇ ਹੋ। ਬਿਲਕੁਲ ਸਹੀ। ਕਈ ਵਾਰੀ ਬੰਦਾ ਰੱਬ 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 ਬਹੁਤ ਮੈਂ ਤਾਂ ਸੱਚੇ ਪਾਤਸ਼ਾਹ ਦੇ ਬੜਾ ਨੇੜੇ ਆ ਇਹ ਕਰਦਾ ਹੁੰਦਾ, ਬਸ ਅਸੀਂ ਤਾਂ ਰੱਬ ਨੂੰ ਜਾਣ ਦੇਣੀ ਆ ਇਹ ਕਰਦਾ ਹੁੰਦਾ, ਪਰ ਵਿੱਚੋਂ ਤਾਂ ਅੱਗ ਕੱਢਦਾ ਉਹ, ਅੰਗਿਆਰ ਛੱਡਦਾ ਉਹ। ਮਾੜਾ ਜਿਹਾ ਮੌਕਾ ਮਿਲੇ ਉਹਦੇ ਪਤਾ ਲੱਗ ਜਾਂਦਾ ਕਿੰਨਾ ਕੁ ਪੜਿਆ, ਇਹਦੇ ਕੋਲੇ ਸ਼ਬਦਾਂ ਦੀ ਚੋਣ ਕਿੰਨੀ ਕਾ, ਇਹ ਰੱਬ ਦੇ ਨੇੜੇ ਕਿੰਨਾ ਕਾ, ਇਹ ਕਿੰਨਾ ਕੁ ਕਿਸੇ ਨੂੰ ਸਮਝਣ ਵਾਲਾ। ਇਹ ਤਾਂ ਬਸ ਤੁਰਿਆ ਫਿਰਦਾ ਕਲਬੂਤ ਹੀ ਆ ਇਹ ਜੀ। ਅਸਲ ਦੇ ਵਿੱਚ ਵੀ ਕਹਿੰਦੇ ਹੁੰਦੇ ਅਸਲੀ ਚਿਹਰਾ ਗੁੱਸੇ 'ਚ ਹੀ ਪਤਾ ਲੱਗਦਾ ਕਿਸੇ ਇਨਸਾਨ ਦਾ, ਕਿਉਂਕਿ ਗੁੱਸੇ ਦੇ ਵਿੱਚ ਉਹਨੂੰ ਸਭ ਕੁਝ ਭੁੱਲ ਜਾਂਦਾ ਹੈ। ਗੁੱਸੇ ਦੇ ਵਿੱਚ ਉਹ ਫਿਰ ਚੀਜ਼ਾਂ ਜਿਹੜੀਆਂ ਨੇ ਉਹ ਬਣਾ ਕੇ ਨਹੀਂ ਪੇਸ਼ ਕਰਦਾ, ਜੋ ਮਨ ਦੇ ਵਿੱਚ ਹੁੰਦਾ, ਜੋ ਜ਼ੁਬਾਨ ਦੇ ਉੱਪਰ ਹੁੰਦਾ, ਉਹੀ ਸਾਰਿਆਂ ਦੇ ਸਾਹਮਣੇ ਰੱਖਦਾ। ਸੋ ਇਸ ਲਈ ਗੁੱਸੇ 'ਚ ਅਸਲੀ ਚਿਹਰਾ ਸਾਹਮਣੇ ਆਉਂਦਾ। ਬਿਲਕੁਲ ਸਹੀ ਗੱਲ ਆ। ਪਰ ਤੁਹਾਨੂੰ ਦੱਸਾਂ ਮੈਂ ਇੱਕ ਗੱਲ ਨਵੀਂ, ਰਾਜਸਥਾਨ ਦੇ ਲੋਕ ਨਵੇਂ ਵਰ੍ਹੇ ਦੇ ਮੌਕੇ ਕਿੰਨੇ ਦੀ ਦਾਰੂ ਪੀ ਗਏ ਹੋਣਗੇ ਘੱਟੋ ਘੱਟ? ਕਹਿੰਦੇ ਸਭ ਤੋਂ ਵੱਧ ਦਾਰੂ ਉਹਨਾਂ ਨੇ 111 ਕਰੋੜ ਰੁਪਏ ਦੀ ਦਾਰੂ ਪੀ ਗਏ। ਹਾਂਜੀ, ਕਹਿੰਦੇ 20 ਕਰੋੜ ਰੁਪਏ ਦੀ ਤਾਂ ਬੀਅਰ ਹੀ ਢਕਾਰ ਗਏ। ਉਹਨਾਂ ਨੂੰ ਨਵੇਂ ਵਰ੍ਹੇ ਦਾ ਇੰਨਾ ਚਾਅ ਚੜਿਆ ਹੋਇਆ ਸੀ। ਚਾਅ ਤਾਂ ਚਾਰੇ ਪਾਸੇ ਚੜਿਆ ਹੁੰਦਾ। ਦੇਖੋ, ਹਰ ਬੰਦੇ ਦੇ ਚਾਅ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ। ਕਿਸੇ ਨੂੰ ਚਾਅ ਹੁੰਦਾ ਵੀ ਮੈਂ ਰੱਬ ਦਾ ਨਾਂ ਲਵਾਂ, ਕਿਸੇ ਨੂੰ ਚਾਅ ਹੁੰਦਾ ਵੀ ਭਾਈ ਮੈਂ ਗਰੀਬਾਂ ਦੀ ਮਦਦ ਕਰਾਂ, ਕਿਸੇ ਨੂੰ ਚਾਅ ਹੁੰਦਾ ਵੀ ਮੈਂ ਟੱਬਰ ਦੇ ਵਿੱਚ ਬੈਠ ਕੇ ਗੱਲਾਂ ਕਰਾਂ, ਕਿਸੇ ਨੂੰ ਚਾਅ ਹੁੰਦਾ ਮੈਂ ਕੁੱਕੜ ਚਰੂੰਡ ਲਾਂ, ਮੈਂ ਦਾਰੂ ਪੀ ਜਾਂ, ਮੈਂ ਲੰਮਾ ਪੈ ਜਾਂ ਪੀ ਪੀ ਕੇ, ਮੈਂ ਡਾਂਸ ਕਰਾਂ, ਮੈਂ ਪੁੱਠਾ ਸਿੱਧਾ ਹੋਵਾਂ ਜੀ। ਹਰ ਬੰਦੇ ਦੇ ਆਪੋ ਆਪਣੇ ਚਾਅ। ਬਿਲਕੁਲ ਸਹੀ ਹੈ। ਪਰ ਅੱਜ ਤੁਸੀਂ ਭੁੱਲ ਗਏ ਹੋ, ਮੌਸਮ ਦੀ ਹਾਲ ਬਿਆਨੀ ਨਹੀਂ ਕੀਤੀ ਆਪਾਂ। ਓ ਯਾ ਆਮ ਟੂ ਲੇਟ। ਮੈਂ ਬਹੁਤ ਦੇਰੀ ਨਾਲ ਗੱਲ ਬਣੀ ਸੀ ਕਿ ਬਣ ਗਈ ਗੱਲ। ਇਹ ਭਾਈ ਵੀ ਮੌਸਮ ਬਹੁਤ ਠੰਡਾ, ਧੁੰਦ ਬਹੁਤ ਜ਼ਿਆਦਾ। ਮੈਂ ਨਾ ਇਸ ਧੁੰਦ ਦੇ ਵੱਟ ਕੱਢੇ ਪਏ ਆ। ਮੈਂ ਨਾ ਰਾਤ ਦੇ ਵੇਲੇ ਤਾਕੀ ਥਣੀ ਬਾਹਰ ਦੇਖਿਆ, ਮੈਂ ਨਾ ਵੀ 2, 2.5, 3 ਮੀਟਰ ਤੱਕ ਵੀ ਅੱਗੇ ਕੁਝ ਦਿਸਦਾ ਨਹੀਂ ਸੀਗਾ। ਸਾਹਮਣੇ ਵਾਲਾ ਘਰ ਵੀ ਦਿਸਦਾ ਨਹੀਂ ਸੀ, ਇੰਨੀ ਧੁੰਦ ਆ। ਸਵੇਰ ਦੇ ਵੇਲੇ ਵੀ ਧੁੰਦ ਲੋੜਿਆਂ ਦੀ। ਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਅੱਜ ਤੋਂ ਲੈ ਕੇ 5 ਤਰੀਕ ਤੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਿੜਮਿਣ ਹੋ ਸਕਦੀ ਹੈ। ਅੱਛਾ ਜੀ। ਪਰ ਕਹਿੰਦੇ ਜੇ ਮੀਂਹ ਪੈ ਗਿਆ ਤਾਂ ਠੰਡ ਖਤਮ ਹੋ ਜਾਊਗੀ। ਇਹ ਵਧੂਗੀ। ਇਹ 8-10 ਤਰੀਕ ਤੱਕ ਜਾਂਦੀ ਕਿਤੇ ਨਹੀਂ। ਸ਼ੀਤ ਲਹਿਰ, ਗੋਡੇ ਜੋੜਨ ਵਾਲੀ ਠੰਡ, ਵੱਟ ਕੱਢਦੀ ਠੰਡ, ਚਿੱਬ ਕੱਢਦੀ ਠੰਡ ਐਂ ਹੀ ਰਹਿਣੀ ਆ। ਬਿਲਕੁਲ ਸਹੀ ਹੈ। ਲੀੜੇ ਪੂਰੇ ਪਾ ਕੇ ਰੱਖੋ, ਖਿਆਲ ਰੱਖੋ। ਇਸ ਕਰਕੇ ਬਚਾਅ ਦੇ ਵਿੱਚ ਬਚਾਅ। ਧੁੰਦ ਦੇ ਕਰਕੇ ਹਾਦਸੇ ਭੈਣੋ ਵੀਰੋ ਵਾਪਰਦੇ ਬਹੁਤ ਜੀ, ਤੇ ਇਹਨਾਂ ਹਾਦਸਿਆਂ ਤੋਂ ਬਚ ਗਏ ਵੀ ਤੇ ਦੂਜਿਆਂ ਨੂੰ ਬਚਾਈਏ ਵੀ। ਇਹ ਬੜਾ ਜ਼ਰੂਰੀ ਹੈ। ਬਿਲਕੁਲ।
ਇੱਧਰ ਹੁਣੇ ਆ ਜਲੰਧਰ ਦੇ ਵਿੱਚ ਹੀ ਇੱਕ ਹਾਦਸਾ ਵਾਪਰਿਆ, ਕਈ ਵੀਰਾਂ ਦੀ ਮੌਤ ਹੋ ਗਈ ਆ। ਇਹੋ ਜਿਹੇ ਹਾਦਸੇ ਪੰਜਾਬ 'ਚ ਬਹੁਤ ਸਾਰੇ ਵਾਪਰਦੇ ਆ ਜੀ। ਬਚਾਅ ਦੇ ਵਿੱਚ ਬਚਾਅ, ਬਸ ਇੰਨੀ ਬੇਨਤੀ। ਬਾਕੀ ਸਾਰੇ ਸਿਆਣੇ ਆ ਤੇ ਆਪਾਂ ਧੁੰਦ ਦੇ ਵਿੱਚ ਗੱਡੀ ਚਲਾਈਏ ਨਾ ਕਿ ਉਡਾਈਏ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਨਵੇਂ ਸਾਲ ਦੇ ਵਿੱਚ ਤੁਸੀਂ ਕੀ ਅਹਿਦ ਕੀ ਕੀਤਾ ਵੀ ਮੈਂ ਆਹ ਕੰਮ ਜ਼ਰੂਰ ਕਰਨਾ ਤੇ ਆਹ ਬਿਲਕੁਲ ਨਹੀਂ ਕਰਨਾ? ਕਈ ਕੰਮ ਗਲਤ ਵੀ ਹੋਏ ਹੁੰਦੇ 2023 ਦੇ ਵਿੱਚ, ਹੋ ਸਕਦੇ ਜਿਹੜੇ ਚੰਗੇ ਹੋ ਜਾਣ, ਜਿਹੜੇ 2022 ਦੇ ਵਿੱਚ ਚੰਗੇ ਨਹੀਂ ਹੋਏ। ਕੀ ਅਹਿਦ ਕੀ ਕੀਤਾ? ਰਾਣਾ ਸਾਹਿਬ ਕਹਿਣਾ ਕਿ ਚਾਹੁੰਦੇ ਪਹਿਲਾਂ ਇਹ ਸਮਝਾਓ। ਮੈਂ ਨਾ ਅਸਲ ਦੇ ਵਿੱਚ ਸੱਚੀ ਗੱਲ ਦੱਸਾਂ, ਟਪਲਾ ਖਾ ਗਿਆ ਸੀ। ਮੈਨੂੰ ਪਤਾ ਹੈ, ਮੈਂ ਤਾਂ ਫਿਰ ਹੀ ਮੈਂ ਗੱਲ ਕਿਹਾ ਵੀ ਨੂੰ ਕੋਈ ਨਹੀਂ, ਸਮਾਂ ਲੈ ਲਓ। ਘੁਮਾ ਜੇ ਲਿਆ ਮੈਂ ਕੋਈ ਅਹਿਦ ਨਹੀਂ ਲਿਆ ਰਾਣਾ ਸਾਹਿਬ। ਵੀ ਮੈਂ ਪਹਿਲਾਂ ਹੀ ਬਹੁਤ ਸਿਆਣੀ ਆ। ਨਹੀਂ, ਹਾਂ, ਇਹ ਨਹੀਂ, ਇਹਦਾ ਕਾਰਨ ਇਹ ਨਹੀਂ ਆ ਵੀ ਮੈਂ ਪਹਿਲਾਂ ਹੀ ਬਹੁਤ ਸਿਆਣੀ ਆ। ਕੋਈ ਵੀ ਬੰਦਾ ਪੂਰਨ ਤੌਰ ਤੇ ਸਿਆਣਾ ਨਹੀਂ ਹੁੰਦਾ। ਹਰ ਇੱਕ ਬੰਦਾ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਦਾ ਹੈ, ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖਣਾ ਵੀ ਚਾਹੀਦਾ ਹੈ। ਪਰ ਮੈਂ ਅਹਿਦ ਨਹੀਂ ਲਿਆ। ਕਿਉਂ? ਕਿਉਂਕਿ ਜਿਹੜੇ ਅਹਿਦ ਮੈਂ ਆਮ ਤੌਰ ਤੇ ਵੇਖਿਆ ਹੈ ਕਿ ਜਿਹੜੇ ਅਹਿਦ ਅਸੀਂ ਇਸ ਨਵੇਂ ਵਰੇ ਦੇ ਮੌਕੇ ਤੇ ਲੈਂਦੇ ਆ, ਉਹ ਪੂਰੇ ਘੱਟ ਵੱਧ ਹੀ ਹੁੰਦੇ ਆ। ਇਨਸਾਨ ਸੋਚਦਾ ਜ਼ਰੂਰ ਹੈ ਕਿ ਮੈਂ ਇਸ ਵਰੇ ਚਾਹ ਨਹੀਂ ਕਰਨਾ, ਜ਼ਰੂਰ ਕਰਨਾ ਹੈ, ਇਦਾਂ ਜ਼ਰੂਰ ਹੋਣਾ ਚਾਹੀਦਾ, ਇਦਾਂ ਜ਼ਰੂਰ ਨਹੀਂ ਕਰਨਾ, ਹੈ ਨਾ। ਪਰ ਹੌਲੀ ਜਿਵੇਂ ਸਮਾਂ ਬੀਤਦਾ, ਬੰਦਾ ਕਹਿੰਦਾ ਚੱਲ ਕੱਲ ਤੋਂ ਸਹੀ, ਚੱਲ ਪਰਸੋਂ ਤੋਂ ਸਹੀ। ਇਸ ਲਈ ਜੋ ਸੋਚ ਲਓ, ਮੈਨੂੰ ਇਹ ਲੱਗਦਾ ਹੈ ਕਿ ਜ਼ਿਆਦਾਤਰ ਜਿਹੜੇ ਵਾਅਦੇ ਨੇ ਉਹ ਨਵੇਂ ਵਰੇ ਮੌਕੇ ਹੀ ਟੁੱਟਦੇ ਨੇ। ਅੱਛਾ। ਵੈਸੇ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਚੰਗੇ ਨਾਗਰਿਕ ਬਣੀਏ, ਚੰਗੇ ਇਨਸਾਨ ਬਣੀਏ, ਕੁਝ ਇਹੋ ਜਿਹਾ ਨਾ ਕਰੀਏ ਜਿਹਦੇ ਨਾਲ ਦੂਸਰੇ ਨੂੰ ਕਿਸੇ ਨੂੰ ਦੁੱਖ ਹੋਵੇ, ਤੇ ਹਮੇਸ਼ਾ ਸੱਚ ਦੇ ਨੇੜੇ ਤੇੜੇ ਰਹੀਏ। ਬਹੁਤ ਖੂਬ, ਆਈ ਐਗਰੀ ਵਿਦ ਯੂ। ਹਾਂ, ਤੁਸੀਂ ਜ਼ਿਆਦਾ ਅੰਗਰੇਜ਼ੀ ਨਹੀਂ ਬੋਲਣ ਲੱਗੇ। ਅੰਗਰੇਜ਼ੀ ਦੇਖੋ। ਤੁਸੀਂ ਮੈਨੂੰ ਟੋਕਦੇ ਹੁੰਦੇ ਸੀ ਤੇ ਮੈਂ ਤਾਂ ਤੁਹਾਨੂੰ ਹਾਲੇ ਵੀ ਟੋਕੂੰਗਾ। ਹਾਂ, ਤੇ ਤੁਸੀਂ ਵੀ ਨਾ ਮੈਂ ਬੋਲੋ। ਵੈਸੇ ਉਹ ਮੈਂ ਨਹੀਂ ਅੰਗਰੇਜ਼ੀ ਬੋਲਦਾ, ਢਿੱਡੋਂ ਥੋੜੀ ਬੋਲਦਾ। ਮੈਂ ਤਾਂ ਜਿੰਨੀ ਕੁ ਜਾਨ ਤੇ ਖੇਡ ਕੇ ਜਿੰਨੀ ਕੁ ਆਉਂਦੀ ਉਨੀ ਕੁ ਬੋਲ ਦਿੰਦਾ। ਅੱਛਾ, ਮੇਰੀ ਖਤਮ, ਇੰਗਲਿਸ਼ ਫਿਨਿਸ਼ ਹੋਣੀ ਵੀ ਚਾਹੀਦੀ ਹੈ। ਇਸ ਤੋਂ ਗੱਲ ਖਤਮ ਬਾਤ ਜੀ। ਪਰ ਗੱਲ ਇਹ, ਤੁਸੀਂ ਕੀ ਅਹਿਦ ਲਿਆ? ਮੈਂ ਅਹਿਦ ਇਹ ਲਿਆ ਵੀ ਪਰਵਾਹ ਨਹੀਂ ਕਰਨੀ। ਵੈਰੀ ਗੁੱਡ, ਬਹੁਤ ਖੂਬ। ਕੋਈ ਕੀ ਕਹਿੰਦਾ, ਪਰਵਾਹ ਨਹੀਂ ਕਰਨੀ ਜੀ। ਜਿਵੇਂ ਹਾਂ ਉਵੇਂ ਹੀ ਰਹੂੰ। ਹਾਂ, ਉਵੇਂ ਪਹਿਲਾਂ ਸੀ ਜੀ, ਉਵੇਂ ਭਵਿੱਖ ਚ ਰਹੂੰ। ਹਾਂ, ਸੱਚੀ ਨਹੀਂ ਪਰਵਾਹ ਕਰਨਾ। ਬਿਲਕੁਲ। ਉਹ ਇਨਸਾਨ ਹੀ ਕੀ ਜੋ ਬਦਲ ਜਾਵੇ। ਹਾਂ, ਬਦਲਣਾ ਕਦੇ ਨਹੀਂ ਬਦਲੋ ਚਾਹੀਦਾ। ਉੱਥੇ ਜਿੱਥੇ ਤੁਹਾਨੂੰ ਲੱਗੇ ਜੀ ਕਿ ਮੈਂ ਗਲਤ ਹਾਂ, ਦੂਜੇ ਨੂੰ ਲੱਗਦੇ ਲੱਗੀ ਜਾਗੀ। ਸਾਰਿਆਂ ਨੂੰ ਬੇਨਤੀ ਹੈ ਵੀ ਜੇਕਰ ਤੁਸੀਂ ਚੰਗੇ ਹੋ ਆਪਦੀ ਨਜ਼ਰ ਦੇ ਵਿੱਚ, ਆਪਦੇ ਆਪ ਨੂੰ ਸਵਾਲ ਕਰਨਾ ਤੇ ਆਪਦੇ ਆਪ ਨੂੰ ਜਵਾਬ ਦੇ ਕੇ ਦੇਖੋ ਵੀ ਜੇ ਚੰਗੇ ਆ ਤਾਂ ਇਵੇਂ ਚੰਗੇ ਰਹੋ ਜੀ। ਤੇ ਜੇ ਤੁਹਾਨੂੰ ਇਹ ਲੱਗਦਾ ਵੀ ਭਾਈ ਤੁਸੀਂ ਗਲਤ ਹੋ ਤੇ ਫਿਰ ਥੋੜਾ ਜਿਹਾ ਬਦਲਾਅ ਲੈ ਕੇ ਆਇਓ। ਪਰ ਜੇ ਦੂਜਾ ਕਵੇ ਤੂੰ ਗਲਤ ਆ ਤੇ ਫਿਰ ਉਹਨੂੰ ਇਹ ਕਹਿਣਾ ਵੀ ਤੂੰ ਨਾ ਕੱਲਾ ਬੈਠੀ ਕਮਰੇ 'ਚ ਖੇਡਣ, ਰਜਾਈ ਲੈ ਲਈ ਮੂੰਹ ਦੇ ਉੱਤੇ ਵੀ, ਗੁੱਗੂ ਬਾਟਾ ਜਿਹਾ ਬਣ ਕੇ ਬਹਿ ਜੀ, ਸਵੈ ਚਿੰਤਨ ਕਰੀ ਵੀ ਆਪ ਜੀ ਕਿੱਥੇ ਜੇ ਖੜੇ ਹਾਂ। ਜੀ, ਪੂਰਨ ਤੌਰ ਤੇ ਸਹੀ ਕੋਈ ਵੀ ਨਹੀਂ ਹੈ। ਮੈਂ ਉਹੀ ਕਿਹਾ ਸੀ ਚਾਹ ਦੇ ਵਿਚਾਰ 'ਚ ਵੀ ਅਸੀਂ ਦੂਜੇ ਦੀਆਂ ਗਲਤੀਆਂ ਕੱਢਣ ਨਾਲੋਂ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਈ ਅਸੀਂ ਕਿੱਥੇ ਖੜੇ ਹਾਂ। ਬਿਲਕੁਲ ਸਹੀ ਗੱਲ ਹੈ। ਜ਼ਿਆਦਾ ਮਸਲੇ ਹੱਲ। ਮੈਂ ਨਾ ਵੀ ਇੱਕ ਤੁਹਾਨੂੰ ਮੈਂ ਨਵੀਂ ਤਾਜ਼ੀ ਖਬਰ ਦਿੰਦਾ। ਚਰਨਜੀਤ ਸਿੰਘ ਚੰਨੀ ਹੋਰੀ ਕਹਿੰਦੇ ਵੀ 2500 ਰੁਪਏ ਦਾ ਜੂਸ ਪੀਂਦੇ ਆ, 3900 ਰੁਪਏ ਦੀ ਵੱਡੇ ਹੋਟਲ ਦੇ ਵਿੱਚੋਂ ਥਾਲੀ ਆਉਂਦੀ ਰੋਟੀ ਵਾਲੀ। ਅੱਛਾ। ਕਹਿੰਦੇ ਵੀ 3 ਮਹੀਨਿਆਂ 'ਚ 60 ਲੱਖ ਦਾ ਪ੍ਰਸ਼ਾਦਾ ਪਾਣੀ ਛਕ ਗਏ ਉਹ। 3 ਮਹੀਨਿਆਂ 'ਚ? ਹਾਂਜੀ ਹਾਂਜੀ, ਜੀ ਜੀ। ਇੰਨਾ ਮਹਿੰਗਾ ਕਿ ਸੋਨੇ ਦੀ ਰੋਟੀ ਖਾਂਦੇ ਸੀ? ਸੋਨੇ ਦੀ ਨਹੀਂ ਖਾਂਦੇ, ਸੋਨੇ ਦੀ ਤਾਂ ਕੋਈ ਵੀ ਨਹੀਂ ਖਾਂਦਾ। ਅੰਬਾਨੀ ਹੋਰੀ ਵੀ ਨਹੀਂ ਖਾਂਦੇ, ਅਡਾਨੀ ਵੀ ਨਹੀਂ ਖਾਂਦੇ। 60-65 ਲੱਖ ਦੀ ਕਿਹੜੀ ਰੋਟੀ ਹੋਈ? ਬਿਲ ਗੇਟਸ ਵੀ ਨਹੀਂ ਖਾਂਦਾ, ਐਲਨ ਮਸਕ ਵੀ ਨਹੀਂ ਖਾਂਦਾ, ਕੋਈ ਵੀ ਨਹੀਂ ਖਾਂਦਾ। ਮਾਰਕ ਜ਼ੁਕਰਬਰਗ ਸਾਹਿਬ ਵੀ ਨਹੀਂ ਖਾਂਦੇ। ਰੋਟੀ ਉਹੀ ਖਾਣੀ ਪੈਂਦੀ ਆ, ਰੋਟੀ ਉਹੀ ਹਰ ਕੋਈ ਖਾਂਦਾ। ਕੀ ਭਸਮ ਪਾਈ ਹੋਈ ਸੀ ਸਬਜ਼ੀਆਂ 'ਚ? ਉਹ ਨਹੀਂ ਐ ਨਹੀਂ ਹੁੰਦਾਗਾ। ਕਹਿੰਦੇ ਨਾ ਵੀ ਜਦੋਂ ਵੱਡੇ ਹੋਟਲਾਂ 'ਚ ਜਾਂਦੇ ਆ ਉਹ ਫਿਰ ਵਿੱਚ ਏਸੀ ਊਸੀ ਚੱਲਦੇ ਆ, ਹੀਟਰ ਚੱਲਦੇ ਆ, ਭਾਂਡੇ ਮਹਿੰਗੇ ਹੁੰਦੇ ਆ, ਆ ਜਿਹੜੇ ਵਿੱਚ ਬਹਿਰੇ ਹੁੰਦੇ ਆ ਤਕੜੇ ਪੈਸੇ ਉਹਨਾਂ ਨੂੰ ਦੇਣੇ ਪੈਂਦੇ ਆ। ਉਹ ਵਿੱਚ ਜਿਹੜੇ ਕੁਰਸੀਆਂ ਮੇਜ਼ ਹੁੰਦੇ ਬੜੇ ਤਕੜੇ ਹੁੰਦੇ ਆ, ਪੈਸੇ ਪੂਹੇ ਤਾਂ ਸਾਰੇ ਉਹਦੇ 'ਚ, ਦਹੀਂ ਤਾਂ ਉਹੀ ਆ। ਪਰ ਟੈਣਾ ਸਾਹਿਬ ਹਰ ਰੋਜ਼ ਤਾਂ ਬਾਹਰ ਦੀ ਰੋਟੀ ਵੀ ਨਹੀਂ ਖਾਧੀ ਜਾਂਦੀ, ਜਿੰਨੀ ਮਰਜ਼ੀ ਮਹਿੰਗੀ ਹੋਵੇ, ਕੋਈ ਲੱਖਾਂ ਰੁਪਏ ਦੀ ਥਾਲੀ ਹੋਵੇ ਭਾਵੇਂ। ਉਹ ਦੋਸ਼ ਲੱਗਾ ਭਰਾਵਾ, ਮੈਂ ਨਹੀਂ ਕਹਿੰਦਾਗਾ ਜੀ। ਉਹਨਾਂ ਦੇ ਉੱਤੇ ਦੋਸ਼ ਲੱਗਾ ਵੀ ਉਹਨਾਂ ਨੇ ਮੁੱਖ ਮੰਤਰੀ ਰਹਿੰਦੇ 3 ਮਹੀਨਿਆਂ ਦੇ ਵਿੱਚ ਹੀ ਫੱਟੇ ਚੱਕ ਤੇ ਸੱਚ ਫਿਰ ਸਾਹਮਣੇ ਆਉਣਾ ਚਾਹੀਦਾ। ਤੇ ਚੰਨੀ ਸਾਹਿਬ ਨੇ ਇਹ ਗੱਲ ਕਹੀ ਆ ਵੀ ਮੈਂ ਪਹਿਲਾ ਮੁੱਖ ਮੰਤਰੀ ਜਿਹੜਾ ਰੋਟੀ ਖਾਂਦਾ ਰਿਹਾ, ਇਸ ਤੋਂ ਪਹਿਲਾਂ ਸਾਰੇ ਢਿੱਡ ਨੂੰ ਗੰਢ ਦੇ ਕੇ ਰੱਖਦੇ ਸੀ। ਅੱਛਾ ਜੀ। ਕਿਸੇ ਨੇ ਕਦੇ ਰੋਟੀ ਨਹੀਂ ਖਾਧੀ। ਅੱਛਾ ਜੀ। ਉਹ ਕਹਿੰਦੇ ਵੀ ਮੈਂ ਤਾਂ ਮੂੰਗੀ ਮਸਰੀ ਦਾ ਆਸ਼ਕ ਹਾਂ। ਨਾ ਮੈਂ ਕਦੇ ਖਾਧੀ ਮੱਛੀ ਤੇ ਨਾ ਕਦੇ ਖਾਧਾ ਆਂਡਾ, ਨਾ ਕਦੇ ਖਾਵਾਂ ਕੁੱਕੜ ਤੇ ਨਾ ਕਦੇ ਖਾਵਾਂ ਬੱਕਰਾ, ਨਾ ਹੀ ਮੈਂ ਕਦੇ ਦਾਰੂ ਪੀਵਾਂ ਤੇ ਨਾ ਪੀਵਾਂ ਬੀਅਰ। ਮੈਂ ਸਾਦੀ ਰੋਟੀ ਦਾ ਆਸ਼ਕ ਹਾਂ। ਤੇ ਐਵੇਂ ਇਹ ਤਾਂ ਗੱਲਾਂ ਦਾ ਪੁੜਲ ਬਣਾਈ ਜਾਂਦੇ ਆ। ਮੈਂ ਤਾਂ ਘਰ ਦੇ ਵਿੱਚ ਆਏ ਲੋਕਾਂ ਨੂੰ ਲੰਗਰ ਛਕਾਉਂਦਾ ਰਿਹਾ। ਤੇ ਭਾਈ ਜੇਕਰ ਲੋਕਾਂ ਨੂੰ ਖਵਾਉਣੇ ਆ, ਕੱਲਾ ਬੰਦਾ 60 ਲੱਖ ਰੁਪਏ ਦਾ ਖਾਣਾ ਕਿਵੇਂ ਖਾਜੂ? ਬਿਲਕੁਲ ਸਹੀ। ਵੀ ਭਾਈ ਇੰਨੇ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦੇ ਰਹੇ ਆ, ਇਹ ਮੈਨੂੰ ਬਦਨਾਮ ਕਰਨੀਆਂ ਸਾਜ਼ਾਂ ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਕੋਕੇ ਜੜ ਦਿਆਂਗੇ। ਉਹ ਕਹਿੰਦੇ ਹੱਲੇ ਤੱਕ ਚੋਰੀਆਂ ਦੇ ਭਾਅ ਭੂਈ ਦੱਸਿਆ, ਹੌਲੀ ਹੌਲੀ ਵੇਖਿਓ ਕੀ ਕੀ ਗੱਲਾਂ ਸਾਹਮਣੇ ਆਉਂਦੀਆਂ। ਉਹ ਕਹਿੰਦੇ ਕੱਲਾ ਰੁਪਈਆ ਕੱਢ ਕੇ ਦਿਖਾਵਾਂਗੇ। ਬਾਬਾ ਜਾਣਦਾ ਵੀ ਭਾਈ ਵਿਚਲੀ ਗੱਲ ਕੀ ਆ। ਜੀ। ਪਰ ਇਹ ਆ ਵੀ ਪੈਸੇ ਬਹੁਤ ਆ। ਹਾਂ,
60 ਲੱਖ ਰੁਪਇਆ ਕਿੰਨਾ ਹੁੰਦਾ ਹੈ ਟਾਣਾ ਸਾਹਿਬ? 60 ਲੱਖ ਰੁਪਏ ਜਿੰਨੇ ਮਰਜ਼ੀ ਲੋਕ ਰਜਾ ਲਓ। ਬੰਦਾ ਥੋਕ ਹੀ ਮੁੱਕ ਜਾਵੇ ਗਿਣਦਿਆਂ ਦਾ। ਅੱਛਾ, ਹਾਂ, ਵਾਵਾ ਹੁੰਦਾ ਹੈ, ਪੈਸੇ ਤਾਂ ਬਹੁਤ ਹੁੰਦੇ ਆ, ਹਾਂਜੀ। ਪਰ ਕਾਂਗਰਸ ਕਹਿੰਦੀ ਵੀ ਇਹਨਾਂ ਨੇ ਬਦਨਾਮ ਕਰਨੀਆਂ ਗੱਲਾਂ ਇਹ। ਅੱਛਾ ਅੱਛਾ, ਐਡੀ ਗੱਲ ਕੋਈ ਹੈ ਤੇ ਨਹੀਂ। ਕੋਈ ਨਹੀਂ, ਸਮਾਂ ਪੈ ਲੈਣ ਤੋਂ ਸੱਚ ਸਾਹਮਣੇ ਆਈ ਜਾਣਾ। ਐਡੀ ਗੱਲ ਨਹੀਂ ਸੀ ਜਿੱਡੀ ਤੋਂ ਬਣਾ ਕੇ ਬਹਿ ਗਿਆ। ਹਾਂ। ਉਹ ਕਹਿੰਦੇ ਜੈਲੀ ਦਾ ਗਾਣਾ ਸੁਣਿਆ ਕਰੋ। ਹਾਂਜੀ ਹਾਂਜੀ, ਇਦਾਂ ਵੀ ਕਿਹਾ ਉਹਨਾਂ ਨੇ? ਹਾਂਜੀ ਹਾਂਜੀ। ਜੱਜ ਦਾ ਵਿਚਾਰ। ਹਰਮਨ ਜੀ, ਮੈਂ ਨਾ ਕੱਲ ਫਾਟਕ ਕੋਲੇ ਖੜਾ ਤੇ ਖੰਭੇ ਦੇ ਉੱਤੇ ਇੱਕ ਬੋਰਡ ਲੱਗਾ। ਉਹ ਬੋਰਡ ਹੋਊਗਾ ਮੇਰਾ ਖਿਆਲ ਵੀ 2 ਫੁੱਟ ਦਾ। 2 ਫੁੱਟ ਉਹਦੀ ਚੜਾਈ ਸੀ ਤੇ 1.5-2 ਫੁੱਟ ਹੀ ਉਹਦੀ ਲੰਬਾਈ ਸੀ। ਤੇ ਉਹਦੇ ਉੱਤੇ ਲਿਖਿਆ ਸੀਗਾ ਵੀ ਆਈਲੈਟਸ ਕਰੋ ਤੇ ਬਾਹਰਲੇ ਮੁਲਕ 'ਚ ਜਾਓ। ਕੁੜੀ ਦੇ ਕੱਛਾਂ 'ਚ ਦਿੱਤੇ ਹੱਥ, ਉਹ ਪੰਜਾਬਣ ਨਹੀਂ ਸੀ, ਕਿਸੇ ਗੋਰੀ ਦੀ ਚੱਕ ਕੇ ਗੂਗਲ ਤੋਂ ਫੋਟੋ ਠੱਪੀ ਪਈ ਸੀ। ਅੱਛਾ ਜੀ। ਉੱਤੇ ਲਿਖਿਆ ਵੀ ਜੇਕਰ ਤੁਹਾਨੂੰ ਬੈਂਡ ਘੱਟ ਆਏ ਤਾਂ ਫਿਰ ਅੱਧੀ ਫੀਸ ਤੁਹਾਡੀ ਵਾਪਸ ਹੋਏਗੀ। ਗਰੰਟੀ ਦਿੰਨੇ ਬੈਂਡ ਟਣਾ ਟਨ। ਜੇ ਤੁਹਾਨੂੰ ABC ਨਹੀਂ ਵੀ ਆਉਂਦੀ ਤਾਂ ਵੀ ਟਣਾ ਟਨ ਤੁਹਾਡੇ ਸੁਪਨੇ ਸਾਰੇ ਪੂਰੇ ਕਰਕੇ ਦਿਖਾਵਾਂਗੇ। ਬਸ ਉੱਤੇ ਇੰਨਾ ਕੁਝ ਲਿਖਿਆ ਵੀ ਬੰਦੇ ਦਾ ਚਿੱਤ ਕਰਦਾ ਵੀ ਭਾਈ ਮੈਂ ਉਸੇ ਸੜਕ ਦੇ ਵੱਲ ਉੱਡਿਆ ਤੁਰਿਆ ਜਾਵਾਂ, ਉਸ ਕਮਰੇ 'ਚ ਵੜ ਜਾ ਜਿੱਥੇ ਸਾਰਾ ਕੁਝ ਕਰਾਉਂਦੇ ਆ। ਜੀ, ਮੈਂ ਕੱਲ ਇੱਕ ਐਡ ਵੇਖੀ ਟੀਵੀ ਤੇ ਟਾਣਾ ਸਾਹਿਬ, ਉਹ ਬੀਬੀ ਜੀ ਦੱਸ ਰਹੇ ਸੀ ਵੀ ਤੁਹਾਡਾ ਵਿਦੇਸ਼ ਦਾ ਵੀਜ਼ਾ ਲਵਾ ਦਿਆਂਗੇ ਅਸੀਂ, ਕੋਈ ਏਜੰਟ ਸੀਗੇ ਉਹ, ਤੇ ਮੈਂ ਉਹਨਾਂ ਦੀ ਇੱਕ ਗੱਲ ਸੁਣ ਕੇ ਬੜੀ ਹੈਰਾਨ ਹੋਈ। ਉਹ ਕਹਿੰਦੇ ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਵੀ ਆਉਂਦੀ ਤੇ 1 ਤੋਂ 2 ਮਿੰਟ ਲਗਾਤਾਰ ਜੇ ਅੰਗਰੇਜ਼ੀ ਬੋਲ ਸਕਦੇ ਹੋ ਤਾਂ ਵੀ ਤੁਹਾਡਾ ਅਮਰੀਕਾ ਦਾ ਵੀਜ਼ਾ ਲਵਾ ਦਾਂਗੇ। ਅੱਛਾ, ਜੇਕਰ 1 ਤੋਂ 2 ਮਿੰਟ ਤੱਕ ਹਾਂ ਜੇ ਬੋਲ ਸਕਦੇ ਹੋ ਤਾਂ ਵੀ ਅਮਰੀਕਾ ਦਾ ਵੀਜ਼ਾ ਲਵਾ ਦਿਆਂਗੇ ਅਸੀਂ। ਅੱਛਾ, ਵਾਹ ਵਾਹ। ਸਿਰਫ 1 ਤੋਂ 2 ਮਿੰਟ ਤੱਕ ਦੇ ਰੌਲਾ ਵੀ ਇੰਨਾ ਕੁ ਤਾਂ ਰੱਟਾ ਲੱਗ ਹੀ ਜਾਂਦਾ। ਹਾਂ, ਮਾਰਨਿੰਗ ਵਾਕ ਹੀ ਚੇਤੇ ਕੀਤਾ ਹੋਵੇ ਤੇ ਤਾਂ ਵੀ ਅਮਰੀਕਾ। ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ ਵੀ ਤੁਸੀਂ ਘੱਟੋ ਘੱਟ ਇਹਨਾਂ ਵਿਦਿਆਰਥੀਆਂ ਨੂੰ, ਅਸੀਂ ਇਹ ਨਹੀਂ ਕਹਿੰਦੇ ਕਿ ਤੁਹਾਡਾ ਇਹ ਕੰਮ ਹੈ, ਤੁਹਾਡਾ ਕਾਰੋਬਾਰ ਹੈ, ਤੁਹਾਡਾ ਰੋਜ਼ਗਾਰ ਹੈ, ਪਰ ਘੱਟੋ ਘੱਟ ਜਿਨ੍ਹਾਂ ਵਿਦਿਆਰਥੀਆਂ ਨੂੰ ਤੁਸੀਂ ਵਿਦੇਸ਼ਾਂ 'ਚ ਭੇਜਦੇ ਹੋ ਉਹਨਾਂ ਨੂੰ ਸੱਚ ਦਾ ਸ਼ੀਸ਼ਾ ਦਿਖਾ ਕੇ ਤਾਂ ਭੇਜੋ। ਤੁਸੀਂ 1-2 ਮਿੰਟ ਅੰਗਰੇਜ਼ੀ ਬੋਲਣ ਦਾ ਕਹਿ ਕੇ ਤੇ ਮੁੜ ਕੇ ਉਸ ਵਿਚਾਰੇ ਵਿਦਿਆਰਥੀ ਨੂੰ ਕੀ ਕੁਝ ਹੰਡਾਉਣਾ ਪੈਂਦਾ ਉਸ ਵਿਦੇਸ਼ੀ ਧਰਤੀ ਤੇ ਜਾ ਕੇ, ਉਹਦੇ ਬਾਬਤ ਕਿਉਂ ਨਹੀਂ ਉਹਨੂੰ ਦੱਸਦੇ? ਬਿਲਕੁਲ ਸਹੀ ਗੱਲ ਆ। ਹੱਟੀਆਂ ਖੁੱਲ੍ਹ ਗਈਆਂ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕਈ ਮਾਨਤਾ ਪ੍ਰਾਪਤ ਵੀ ਆ, ਕਈਆਂ ਦੇ ਵੱਲੋਂ ਲਾਇਸੈਂਸ ਲਏ ਵੀ ਗਏ ਆ ਜਿਹੜੇ ਇਹ ਆਈਲੈਟਸ ਕਰਵਾਉਂਦੇ ਆ। ਪਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਅੰਦਰ ਪਹਿਲਾਂ ਤਾਂ ਸ਼ਹਿਰਾਂ ਦੇ ਵਿੱਚ, ਫਿਰ ਇਹ ਕਸਬਿਆਂ ਦੇ ਵਿੱਚ ਹੱਟੀਆਂ ਲੈ ਕੇ ਪਹੁੰਚੇ ਤੇ ਹੁਣ ਇਹ ਪਿੰਡ ਦੇ ਵਿੱਚ ਪਹੁੰਚ ਗਏ ਆ। ਪੰਜਾਬ ਦੇ ਬਹੁ ਗਿਣਤੀ ਪਿੰਡਾਂ ਦੇ ਵਿੱਚ ਚੌਂਕ ਚੁਰਾਹਿਆਂ ਦੇ ਉੱਤੇ ਬੋਰਡ ਲੱਗੇ ਆ ਆਈਲੈਟਸ ਕਰੋ ਜੀ। ਪੈਸੇ ਬਾਹਰ ਪਹੁੰਚਣ ਤੋਂ ਬਾਅਦ ਜੇਕਰ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਵੀ ਪਟਰ ਤੁਸੀਂ ਬੋਲ ਕੇ ਤੇ ਬਾਹਰਲੇ ਮੁਲਕ ਚਲੇ ਜਾਓਗੇ। ਇੱਕ ਨੇ ਤਾਂ ਲਿਖਿਆ ਸੀ ਜੇਕਰ ਗੂੰਗੇ ਨਹੀਂ ਹੋ ਤਾਂ ਅੰਗਰੇਜ਼ੀ ਬੋਲ ਸਕਦੇ ਹੋ। ਬਿਲਕੁਲ ਜੀ, ਇਹਨਾਂ ਲੋਕਾਂ ਤੋਂ ਬਚੋ। ਬਾਅਦ ਦੇ ਵਿੱਚ ਤੁਹਾਡੇ ਪੈਸੇ ਰੂਹ ਨਾਲ ਡੋਬਦੇ ਆ ਤੇ ਫਿਰ ਆਪਾਂ ਪ੍ਰਸ਼ਾਸਨ ਦੇ ਕੋਲੋਂ, ਸਰਕਾਰਾਂ ਦੇ ਕੋਲੋਂ ਮੰਗ ਕਰਦੇ ਆ ਵੀ ਭਾਈ ਸਾਡੇ ਪੈਸੇ ਕਢਵਾਏ ਜਾਣ। ਇਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਪਰਖ ਲਓ। ਬਿਲਕੁਲ, ਅਸਲ ਦੇ ਵਿੱਚ ਟਿਊਸ਼ਨ ਸੈਂਟਰਾਂ ਵਾਂਗੂ ਖੋਲ ਕੇ ਬਹਿ ਗਏ ਆਈਲੈਟਸ ਕੇਂਦਰ ਵੀ। ਇਹਨਾਂ ਲੋਕਾਂ ਦੀ ਨਿਰਖ ਪਰਖ ਕਰਕੇ ਫੇਰ ਹੀ ਭਾਈ ਆਪਦਾ ਨਿਆਣਾ ਉੱਥੇ ਭੇਜਿਆ ਕਰੋ, ਨਹੀਂ ਤਾਂ ਆਪਾਂ ਸਸਤੇ ਭਾਅ ਦੇ ਚੱਕਰ ਦੇ ਵਿੱਚ ਕਈ ਤਰ੍ਹਾਂ ਦੀਆਂ ਅੰਗਲੀਆਂ ਸੰਗਲੀਆਂ ਦੇ ਵਿੱਚ ਫਸ ਜਾਂਦੇ ਆ ਜੀ। ਔਰ ਇੱਥੇ ਇੱਕ ਬੇਨਤੀ ਵੀ ਜ਼ਰੂਰ ਮਾਪਿਆਂ ਨੂੰ, ਵਿਦਿਆਰਥੀਆਂ ਨੂੰ ਕਰਨੀ ਬਣਦੀ ਹੈ ਟਾਣਾ ਸਾਹਿਬ ਕਿ ਸੱਚ ਦੇ ਕਹਿ ਲਓ ਵੀ ਸਾਹਮਣੇ ਹੋ ਕੇ, ਜੋ ਸੱਚ ਹੈ ਉਹਦੇ ਰੂਬਰੂ ਹੋ ਕੇ ਹੀ ਬੱਚੇ ਨੂੰ ਕਿਤੇ ਬਾਹਰ ਭੇਜੋ। ਮੈਂ ਇਹ ਨਹੀਂ ਕਹਿੰਦੀ ਕਿ ਬਾਹਰ ਭੇਜਣਾ ਮਾੜਾ ਹੈ ਜਾਂ ਬਾਹਰ ਭੇਜਣਾ ਚੰਗਾ ਹੈ। ਬੱਚੇ ਨੂੰ ਆਪਣੇ ਸੁਨਹਿਰੀ ਭਵਿੱਖ ਦੇ ਲਈ ਉਹ ਕੋਈ ਵੀ ਫੈਸਲਾ ਲੈ ਸਕਦਾ ਹੈ। ਬਾਹਰ ਜ਼ਰੂਰ ਉਹਨਾਂ ਨੂੰ ਜਾਣਾ ਚਾਹੀਦਾ ਜੇਕਰ ਉਹਨਾਂ ਨੂੰ ਲੱਗਦਾ ਹੈ ਤਾਂ। ਪਰ ਗੱਲ ਇਹ ਹੈ ਕਿ ਜਿਹੜੇ ਸੁਪਨੇ ਕੁਝ ਕੁ ਏਜੰਟਾਂ ਵੱਲੋਂ ਦਿਖਾਏ ਜਾਂਦੇ, ਵਿੱਚ ਤਾਂ ਜਾਂਦੇ ਹੀ ਡਾਲਰਾਂ ਨੂੰ ਹੱਥ ਪੈ ਜਾਣੇ ਹੈ। ਭਾਰਤ ਦੇ ਹਿਸਾਬ ਦੇ ਨਾਲ ਇੰਨੇ ਪੈਸੇ ਮਹੀਨੇ ਦੇ ਕਮਾਇਆ ਕਰੂਗਾ, ਇੰਨੀ ਫੀਸ ਨਿਕਲ ਗਈ, ਇੰਨੇ ਤੁਹਾਨੂੰ ਪਾਇਆ ਕਰੂਗਾ, ਉੱਥੇ ਤਾਂ ਜਾਂਦੇ ਹੀ ਨੌਕਰੀ ਲੱਗੀ ਲਿਓ, ਤੁਸੀਂ ਦੇਖਿਓ ਕੋਈ ਸਮੱਸਿਆ ਨਹੀਂ ਹੋਣੀ। ਇਹ ਸਾਰੀਆਂ ਗੱਲਾਂ ਦੀ ਨਿਰਖ ਪਰਖ ਕਰਕੇ ਹੀ ਬੱਚੇ ਨੂੰ ਭੇਜੋ। ਇੱਥੇ ਦੱਸਿਆ ਕੁਝ ਜਾਂਦਾ ਹੈ ਤਾਂ ਉੱਥੇ ਜਾ ਕੇ ਬੱਚੇ ਨਾਲ ਹੁੰਦਾ ਕੁਝ ਹੋਰ ਹੈ। ਗੱਲ ਕੌੜੀ ਲੱਗ ਸਕਦੀ ਹੈ। ਜੇ ਇੱਥੇ ਸਾਡੀ ਧੀ ਜਾਂ ਭੈਣ ਸਕੂਲ ਕਾਲਜ ਦੇ ਵਿੱਚੋਂ 20 ਮਿੰਟ 25 ਮਿੰਟ ਅੱਧਾ ਘੰਟਾ ਲੇਟ ਆਵੇ ਤਾਂ ਅਸੀਂ ਉਹਨੂੰ 3600 ਸਵਾਲ ਕਰਦੇ, ਕਿੱਥੇ ਗਈ ਸੀ, ਕਿਹਦੇ ਕੋਲੇ ਖੜੀ ਸੀ, ਉਹਦਾ ਨੰਬਰ ਦੇ, ਜਿਹੜੀ ਸਹੇਲੀ ਦੇ ਕੋਲੇ ਗਈ ਸੀ। ਤੁਹਾਨੂੰ ਐਂ ਲੱਗਦਾ ਸਾਨੂੰ ਕਿਤੇ ਆਹ ਤਾਂ ਨਹੀਂ ਗੱਲ, ਕਿਤੇ ਆਹ ਤਾਂ ਨਹੀਂ ਗੱਲ। ਪਰ ਜਦੋਂ ਅਸੀਂ ਆਈਲੈਟਸ ਕਰਵਾ ਕੇ, ਫੀਸ ਭਰ ਕੇ, ਜੇਬ ਦੇ ਵਿੱਚ 4 ਛਿੱਲੜ ਪਾ ਕੇ, ਜਦੋਂ ਸਾਡਾ ਉੱਥੇ ਬਾਹਰਲੇ ਮੁਲਕ ਦੇ ਵਿੱਚ ਕੋਈ ਹੈ ਹੀ ਨਹੀਂ ਤੇ ਫਿਰ ਆਪਾਂ ਕੁੜੀ ਨੂੰ ਭੇਜ ਦਿੰਦੇ ਆ ਤੇ ਉਦੋਂ ਸਾਨੂੰ ਡਰ ਕਿਉਂ ਨਹੀਂ ਲੱਗਦਾ ਜੀ? ਮੈਂ ਫਿਰ ਇਹੀ ਗੱਲ ਕਹਿੰਦੀ, ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਨਾ ਭੇਜੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਦਾ ਭਵਿੱਖ ਉੱਥੇ ਸੁਨਹਿਰਾ ਹੈ, ਸੁਰੱਖਿਅਤ ਹੈ, ਜ਼ਰੂਰ ਭੇਜੋ। ਕੁਝ ਇੱਕ ਕੁੜੀਆਂ ਜੀ, ਜਿਵੇਂ ਆਪਾਂ ਇੰਗਲੈਂਡ ਦੇ ਵਿੱਚ ਵੀ ਮੁਲਾਕਾਤਾਂ ਕੀਤੀਆਂ, ਕੁਝ ਇੱਕ ਬੱਚੀਆਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਲਈ ਇੱਥੇ ਬੜੀ ਮੁਸ਼ਕਲ ਦਾ ਵੇਲਾ ਹੁੰਦਾ ਜਿਹੜਾ ਪਹਿਲਾ ਸਮਾਂ ਜੀ। ਅਸੀਂ ਘਰੇ ਪੈਸੇ ਕਿਵੇਂ ਭੇਜੀਏ, ਅਸੀਂ ਕਮਰੇ ਦਾ ਕਿਰਾਇਆ ਕਿਵੇਂ ਕੱਢੀਏ, ਅਸੀਂ ਰੋਟੀ ਕਿਵੇਂ ਖਾਈਏ, ਅਸੀਂ ਫੀਸ ਕਿਵੇਂ ਕੱਢੀਏ, ਅਸੀਂ ਲੀੜੇ ਕੱਪੜੇ ਦਾ ਖਰਚਾ ਕਿਵੇਂ ਕੱਢੀਏ। ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਬਹੁਤ ਸਾਰੀਆਂ ਸਾਡੀਆਂ ਭੈਣਾਂ ਨੇ, ਵੀਰਾਂ ਨੇ ਬਹੁਤ ਮਿਹਨਤ ਕੀਤੀ, 2-2 ਸ਼ਿਫਟਾਂ ਕਰਦੇ ਆ। ਪਰ ਇਹ ਆ ਵੀ ਜਦੋਂ ਅਸੀਂ ਭੇਜਦੇ ਆ
ਉਦੋਂ ਇਹ ਨਾ ਕਿਹਾ ਕਰਕੇ ਵੀ ਧੀਏ ਤੈਨੂੰ ਜਹਾਜ਼ ਚੜਾਤਾ ਹੁਣ ਜਾਂਦੀ ਪੈਸੇ ਭੇਜਣ ਲੱਗ ਜੀ। ਬਿਲਕੁਲ ਸਹੀ ਹੈ, ਸੱਚ ਤੁਸੀਂ ਜਾਣ ਕੇ ਹੀ ਬੱਚੇ ਨੂੰ ਭੇਜੋ ਉੱਥੇ ਜਾ ਕੇ ਜਿਹੜਾ ਗੁਜ਼ਾਰਾ ਕਰਨਾ ਬਹੁਤ ਜ਼ਿਆਦਾ ਔਖਾ ਹੈ। ਬੱਚੇ ਦੇ ਲਈ ਆਪਣੀਆਂ ਫੀਸਾਂ ਕੱਢਣੀਆਂ, ਦਿਹਾੜੀਆਂ ਲਗਾਉਣੀਆਂ, ਕੰਮ ਕਰਨਾ, ਉਸ ਤੋਂ ਬਾਅਦ ਘਰ ਦਾ ਦੇਖਣਾ, ਆਪਣੇ ਕੰਮ ਦਾ ਵੇਖਣਾ, ਸਾਰਾ ਕੁਝ ਜਿਹੜਾ ਆ ਉਹਨੂੰ ਸਹੀ ਤਰੀਕੇ ਦੇ ਨਾਲ ਤੁਸੀਂ ਥਾਂ ਥਾਂ ਹੀ ਰੱਖਣਾ ਬਹੁਤ ਔਖਾ ਹੁੰਦਾ। ਜਾਂਦੇ ਹੀ ਕਿਸੇ ਰੁੱਖ ਤੋਂ ਡਾਲਰ ਪਾਉਂਡ ਤੋੜ ਕੇ ਤਾਂ ਬੱਚਾ ਨਹੀਂ ਭੇਜ ਸਕਦਾ। ਬੱਚਾ ਉੱਥੇ ਜਾ ਕੇ ਸਾਲ 1.5 ਸਾਲ ਤਾਂ ਉਹਨੂੰ ਟਹਿਣਾ ਸਾਹਿਬ ਸਮਝਣ ਤੇ ਲੱਗ ਜਾਂਦਾ, ਸਮਝਣ ਤੇ ਲੱਗ ਜਾਂਦਾ ਵੀ ਕਿਹੜੀ ਬੱਸ ਕਿੱਧਰੋਂ ਫੜਨੀ ਹੈ, ਕਿਹੜੀ ਬੱਸ ਕਿੱਥੋਂ ਤੱਕ ਜਾਊਗੀ, ਮੇਰਾ ਕੰਮ ਕਿੱਧਰ ਹੈ, ਯੂਨੀਵਰਸਿਟੀ ਕਿੱਧਰ ਹੈ, ਘਰ ਕਿੱਧਰ ਹੈ, ਮੈਂ ਗੁਜ਼ਾਰਾ ਕਿਵੇਂ ਕਰਨਾ ਹੈ, ਸਮਾਨ ਕਿੱਥੋਂ ਲੈ ਕੇ ਆਉਣਾ ਹੈ, ਕਿਵੇਂ ਮੈਂ ਰਹਿਣਾ ਹੈ, ਇਹ ਸਾਰਾ ਕੁਝ ਸੋਚਦਿਆਂ ਸਮਝਦਿਆਂ ਹੀ ਕਈ ਸਮਾਂ ਲੰਘ ਜਾਂਦਾ ਹੈ। ਸੋ ਇਸ ਲਈ ਜਾਂਦੇ ਹੀ ਆਸ ਰੱਖਣੀ ਗਲਤ। 4 ਬੋਰਡ ਪੜ੍ਹ ਕੇ ਪੰਜਾਬ ਦਾ ਭਵਿੱਖ ਪਤਾ ਲੱਗ ਜਾਂਦਾ, ਪੰਜਾਬ ਕਿੱਥੇ ਜੇ ਖੜਾ ਇਹਦਾ ਪਤਾ ਲੱਗ ਜਾਂਦਾ। ਜੀ ਥਾਂ ਥਾਂ ਦੇ ਉੱਤੇ ਆਈਲੈਟਸ ਕੇਂਦਰ ਖੁੱਲੇ ਹੋਏ ਆ। ਆਓ ਜੀ ਪੈਸੇ ਥੋੜੇ ਜਿਹੇ ਦੇ ਦਿਓ, ਬਾਕੀ ਪੈਸੇ ਬਾਹਰ ਜਾਣ ਤੋਂ ਬਾਅਦ ਮਤਲਬ ਇਹ ਵੀ ਸਾਰਾ ਪੰਜਾਬ ਬਾਹਰ ਚੱਲੋ। ਫਿਰ ਦੂਜਾ ਬੋਰਡ ਕਿਹੜਾ, ਠੰਡੀ ਬੀਅਰ ਇੱਥੇ ਮਿਲਦੀ ਹੈ, ਦੇਸੀ ਸ਼ਰਾਬ ਦਾ ਠੇਕਾ ਇਧਰਲੇ ਪਾਸੇ ਹੈ, ਅੰਗਰੇਜ਼ੀ ਸ਼ਰਾਬ ਦਾ ਇਧਰਲੇ ਪਾਸੇ ਹੈ, ਬੀਅਰ ਪੀਣ ਦੇ ਚਾਹਵਾਨ ਇਧਰ ਆ ਜਾਓ। ਮਤਲਬ ਇਹ ਵੀ ਨਸ਼ੇ ਦੇ ਨਾਲ ਜੁੜਿਆ ਪੰਜਾਬ। ਉਸ ਤੋਂ ਬਾਅਦ ਅਗਲੀ ਗੱਲ ਕਿਹੜੀ ਆ ਜਾਂਦੀ ਹੈ, ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਇਹ ਬੋਰਡ ਲੱਗੇ ਹੋਣ ਕਿ ਭਾਈ ਜੇਕਰ ਤੁਹਾਡੇ ਬੱਚਾ ਨਹੀਂ ਹੁੰਦਾ, ਜੇਕਰ ਤੁਹਾਡੇ ਔਲਾਦ ਨਹੀਂ ਹੁੰਦੀ ਤਾਂ ਫਲਾਨਾ IVF ਸੈਂਟਰ ਆ, ਉਸ ਥਾਂ ਦੇ ਉੱਤੇ ਆਓ ਤੇ ਆਪਣੀਆਂ ਖੁਸ਼ੀਆਂ ਹਾਸਲ ਕਰੋ। ਉਸ ਤੋਂ ਬਾਅਦ ਬੋਰਡ ਨਵਾਂ ਆ ਜਾਂਦਾ ਵੀ ਮਰਦਾਨਾ ਤਾਕਤ ਇੱਦਾਂ ਹੈ, ਜੇਕਰ ਤੁਹਾਨੂੰ ਆਹ ਹੈ, ਜੇਕਰ ਤੁਹਾਡੀ ਆਹ ਹੈ। ਇੱਥੋਂ ਵੀ ਪਤਾ ਲੱਗ ਜਾਂਦਾ ਕਿ ਪੰਜਾਬ ਦੀ ਜਵਾਨੀ, ਪੰਜਾਬ ਦਾ ਭਵਿੱਖ ਕੀ ਆ। ਇਹਨਾਂ 4 ਬੋਰਡਾਂ ਤੋਂ ਪਤਾ ਲੱਗ ਜਾਂਦਾ ਵੀ ਪੰਜਾਬ ਕਿੱਥੇ ਜੇ ਖੜਾ ਤੇ ਪੰਜਾਬ ਕਿਹੜੇ ਪਾਸੇ ਨੂੰ ਮੋੜ ਕੱਟ ਸਕਦਾ। ਬਿਲਕੁਲ ਸਹੀ। ਸੋ ਇਸ ਲਈ ਆਪਾਂ ਆਪ ਹੀ ਆਪਣੇ ਬਾਰੇ ਸੋਚਣਾ ਹੈ, ਬੱਚੇ ਨੂੰ ਧੀ ਹੋਏ ਪੁੱਤ ਹੋਏ, ਕਿਉਂਕਿ ਬਹੁਤ ਸਾਰੀਆਂ ਖਬਰਾਂ ਵਿਦੇਸ਼ੀ ਧਰਤੀ ਤੋਂ ਵੀ ਆਉਂਦੀਆਂ ਨੇ ਟਹਿਣਾ ਸਾਹਿਬ, ਕਿਸੇ ਨੂੰ ਹਾਰਟ ਅਟੈਕ ਹੋ ਗਿਆ, ਕਿਸੇ ਨਾਲ ਕੋਈ ਭਾਣਾ ਵਾਪਰ ਗਿਆ। ਸੋ ਇਸ ਲਈ ਬੱਚੇ ਨੂੰ ਜਦੋਂ ਇੱਥੋਂ ਭੇਜਦੇ ਹੋ ਤਾਂ ਉਹਦੇ ਉੱਪਰ ਕੋਈ ਵੀ ਦਬਾਅ ਨਾ ਬਣਾਓ, ਉਹ ਤਣਾਅ ਦਾ ਸ਼ਿਕਾਰ ਨਾ ਹੋਵੇ। ਉਸ ਤੋਂ ਬਾਅਦ ਸਾਲ 1.5 ਸਾਲ ਉਹਨੂੰ ਉੱਥੇ ਸਾਰਾ ਕੁਝ ਸਮਝਣ ਦੇ ਲਈ ਸਮਾਂ ਦਿਓ। ਤੇ ਤੀਸਰੀ ਗੱਲ ਇਹ ਹੈ ਕਿ ਉੱਥੇ ਕੌਣ ਉਹਨੂੰ ਸਾਰਾ ਕੁਝ ਦੱਸੂਗਾ, ਕਿਹਦੇ ਕੋਲ ਬੱਚਾ ਜਾਊਗਾ, ਕਿਵੇਂ ਉਹ ਜਾ ਕੇ ਪਹਿਲੇ 2 ਮਹੀਨੇ ਕੱਢੂਗਾ, ਇਹ ਸਭ ਕੁਝ ਦਾ ਖਿਆਲ ਕਰਕੇ ਹੀ ਬੱਚੇ ਨੂੰ ਜਹਾਜ਼ ਤੇ ਚੜਾਉਣਾ ਚਾਹੀਦਾ। ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਾ ਵੀਡੀਓ ਬੜੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਆ ਜੀ। ਬੱਬੂ ਮਾਨ ਇੱਕ ਸਟੇਜ ਦੇ ਉੱਤੇ, ਇੱਕ ਮੰਚ ਦੇ ਉੱਤੇ ਆ ਤੇ ਮੂਹਰੋਂ ਲੋਕਾਂ ਦੇ ਵਿੱਚੋਂ ਕੁਝ ਕੇ ਗੱਲ ਕਹਿੰਦੇ ਵੀ ਭਾਈ ਚੱਕ ਲੋ ਰਿਵਾਲਵਰ, ਰਫਲਾਂ ਤੇ ਕਬਜ਼ਾ ਲੈਣਾ ਹੈ, ਇਹ ਗੀਤ ਦੀ ਪੇਸ਼ਕਾਰੀ ਕਰੋ। ਅੱਛਾ ਜੀ। ਤੇ ਬੱਬੂ ਮਾਨ ਨੇ ਜਿਹੜਾ ਉੱਤਰ ਦਿੱਤਾ ਮੈਨੂੰ ਤਾਂ ਲੱਗਾ ਨਿੱਜੀ ਤੌਰ ਤੇ ਚੰਗਾ, ਤੇ ਮੇਰੀ ਨਵੇਂ ਪੂਰ ਦੇ ਕਲਾਕਾਰਾਂ ਨੂੰ ਵੀ ਬੇਨਤੀ ਹੈ ਕਿ ਭਾਈ ਇਸ ਗੱਲ ਦੇ ਉੱਤੇ ਅਮਲ ਕਰਿਓ। ਜਦੋਂ ਸਾਨੂੰ ਪਤਾ ਕਿ ਹਥਿਆਰਾਂ ਨੇ ਸਾਡਾ ਕੁਝ ਨਹੀਂ ਸੰਵਾਰਿਆ, ਜਦੋਂ ਸਾਨੂੰ ਇਸ ਗੱਲ ਦਾ ਪਤਾ ਕਿ ਸਰਕਾਰ ਦੇ ਵੱਲੋਂ ਇਹਦੇ ਉੱਤੇ ਪਾਬੰਦੀ ਲਾਈ ਗਈ ਆ ਹਥਿਆਰਾਂ ਵਾਲੇ ਗੀਤਾਂ ਦੇ ਉੱਤੇ, ਜਦੋਂ ਸਾਨੂੰ ਇਹ ਪਤਾ ਜੀ ਕਿ ਅੱਜ ਪੰਜਾਬ ਦੇ ਮਸਲੇ ਰੁਜ਼ਗਾਰ ਤੇ ਵਿਚਾਰ ਦੇ ਆ, ਹਥਿਆਰ ਦੇ ਨਹੀਂ, ਤਾਂ ਉਸ ਵਕਤ ਭਾਈ ਆਪਾਂ ਮੰਗ ਵੀ ਨਾ ਕਰਿਆ ਕਰਕੇ ਵੀ ਆਹ ਗਾਣਾ ਸੁਣਾ, ਤੇ ਉਸ ਵਕਤ ਗਵਈਆ ਗਾਵੇ ਵੀ ਨਾ। ਬੱਬੂ ਮਾਨ ਨੇ ਗੱਲ ਕਹੀ ਹੈ ਵੀ ਭਾਈ ਮੈਂ ਨਹੀਂ ਇਹ ਗੀਤ ਗਾਉਣਾ, ਮੁਹੱਬਤ ਦੇ ਗੀਤ ਸੁਣਦੇ ਆਪਾਂ। ਜਦੋਂ ਸਰਕਾਰ ਨੇ ਯਾਰ ਪਾਬੰਦੀ ਲਾਈ ਹੋਈ ਆ, ਮੈਂ ਨਹੀਂ ਆਪਦੇ ਤੇ ਪਰਚਾ ਕਰਵਾਉਣਾ, ਤੇ ਤੁਸੀਂ ਵੀ ਹਥਿਆਰਾਂ ਥੂਰਾਂ ਵਾਲੀ ਗੱਲ ਛੱਡੋ। ਹੁਣ ਕਈ ਲੋਕ ਇਹ ਗੱਲ ਕਹਿੰਦੇ ਵੀ ਲੈ ਉਦੋਂ ਗਾਇਆ ਕਿਉਂ। ਦੇਖੋ, ਜੇ ਉਦੋਂ ਗਾਇਆ ਜਾਂ ਜਿਹਨੇ ਵੀ ਲੰਘੇ ਵੇਲੇ ਦੇ ਵਿੱਚ ਜੋ ਵੀ ਗਾਇਆ, ਜੇਕਰ ਉਹ ਵਰਤਮਾਨ ਸਮੇਂ ਦੇ ਵਿੱਚ ਮੋੜ ਕੱਟ ਕੇ ਤੇ ਸਿਰਫ ਚੰਗੇ ਦੀ ਗੱਲ ਕਰੇ ਤਾਂ ਆਪਾਂ ਉਹਦੀ ਸਿਫਤ ਕਰਾਂਗੇ। ਜਿਹੜੇ ਅੱਜ ਦੇ ਪੂਰ ਦੇ ਕਲਾਕਾਰ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਵੀ ਵਿਸ਼ੇ ਹੋਰ ਵੀ ਬਹੁਤ ਸਾਰੇ ਆ, ਪਰ ਆਪਾਂ ਹਥਿਆਰ ਦੀ, ਬੰਦੂਕ ਦੀ, ਨਸ਼ੇ ਦੀ, ਵੱਢ ਟੁੱਕ ਦੀ ਇਦਾਂ ਦੀ ਗੱਲ ਕਰਨੀ ਬੰਦ ਕਰੀਏ। ਗਾਣੇ ਅੱਜ ਚੇਤੇਯੋਗ ਕਿਉਂ ਨਹੀਂ? ਸੋਮਵਾਰ ਨੂੰ ਗੀਤ ਆਉਂਦਾ ਤੇ ਬੁੱਧਵਾਰ ਨੂੰ 20 ਮਿਲੀਅਨ ਹੁੰਦਾ ਤੇ ਸ਼ੁੱਕਰਵਾਰ ਨੂੰ ਪਤਾ ਨਹੀਂ ਹੁੰਦਾ ਵੀ ਭਾਈ ਇਹਦਾ ਗੀਤ ਆਇਆ ਵੀ ਸੀ ਕਿ ਨਹੀਂ ਆਇਆ। ਤੁਹਾਨੂੰ 2022 ਦੇ ਵਿੱਚ ਆਏ ਕਿੰਨੇ ਕੁ ਗੀਤ ਚੇਤੇ ਆ? ਤੁਹਾਨੂੰ 2022 ਦੇ ਵਿੱਚ ਆਈਆਂ ਫਿਲਮਾਂ ਦੇ ਨਾਂ ਕਿੰਨੇ ਕੁ ਚੇਤੇ ਆ? ਉਹ ਇਸ ਕਰਕੇ ਆ ਕਿਉਂਕਿ ਚੇਤੇ ਰੱਖਣ ਯੋਗ ਗੱਲ ਕੋਈ ਨਹੀਂ ਸੀ। ਜੀ ਬਿਲਕੁਲ। ਅੱਜ ਵੀ ਤੁਹਾਨੂੰ ਕੁਲਦੀਪ ਮਾਨਕ ਸਾਹਿਬ ਦੇ ਗੀਤ ਕਿਉਂ ਚੇਤੇ ਆ? ਤੁਹਾਨੂੰ ਲਾਲ ਚੰਦ ਯਬਲਾ ਜੱਟ ਦੇ ਗੀਤ ਕਿਉਂ ਚੇਤੇ ਆ? ਤੁਹਾਨੂੰ ਬੇਬੇ ਸੁਰਿੰਦਰ ਕੌਰ ਦੇ ਗੀਤ ਕਿਉਂ ਚੇਤੇ ਆ? ਬਿਲਕੁਲ। ਤੁਹਾਨੂੰ ਹਰਚਰਨ ਗਰੇਵਾਲ ਦੇ ਗੀਤ ਚੇਤੇ ਆ? ਤੁਹਾਨੂੰ ਕਈ ਕਰਤਾਰ ਰਮਲੇ ਦੇ, ਅਮਰ ਸਿੰਘ ਚਮਕੀਲੇ ਦੇ ਵੀ ਚੇਤੇ ਆ? ਤੁਹਾਨੂੰ ਮੁਹੰਮਦ ਸਦੀਕ ਦੇ ਗੀਤ ਵੀ ਚੇਤੇ ਆ? ਤੇ ਤੁਹਾਨੂੰ ਗੁਲਸ਼ਨ ਕੋਮਲ ਦੇ ਵੀ ਕਈ ਗੀਤ ਚੇਤੇ ਆ? ਬਿਲਕੁਲ ਸਹੀ। ਤੁਹਾਨੂੰ ਕਈ ਗੀਤ ਹੰਸਰਾਜ ਹੰਸ ਦੇ, ਹਰਭਜਨ ਮਾਨ ਦੇ, ਸਰਦੂਲ ਸਿਕੰਦਰ ਦੇ ਚੇਤੇ ਆ? ਬਿਲਕੁਲ ਸਹੀ। ਪਰ ਬੇਨਤੀ ਇਹ ਆ ਵੀ ਉਹ ਤਾਂ ਚੇਤੇ ਆ ਕਿਉਂਕਿ ਉਹਨਾਂ ਦੇ ਵਿੱਚ ਮੈਲੋਡੀ ਸੀ, ਉਹਨਾਂ ਦੇ ਵਿੱਚ ਸ਼ਾਇਰੀ ਸੀ, ਉਹਨਾਂ ਦੇ ਵਿੱਚ ਤਰੀਕਾ ਸੀ, ਤਹਿਜ਼ੀਬ ਸੀ, ਗੀਤਾਂ ਦੇ ਵਿੱਚ ਸੋਝ ਸੀ ਜੀ। ਤੇ ਜਿਹੜੇ ਬਹੁ ਗਿਣਤੀ ਅੱਜ ਦੇ ਗੀਤ ਆ, ਵੱਢ ਦੂੰ, ਟੁੱਕ ਦੂੰ, ਮਾਰ ਦੂੰ, ਮੈਂ ਹਿੱਕ ਪਾੜ ਦੂੰ, ਫਲਾਂ ਕਰ ਦੂੰ, ਢੀਂ ਕਰ ਦੂੰ, ਤੇ ਜਿਹੋ ਜਿਹੇ ਮਰਨ ਵਾਲੇ ਉਹੋ ਜਿਹੇ ਫੂਕਣ ਵਾਲੇ, ਬਸ 4 ਘੰਟੇ ਦਿੰਗੜ ਦਿੰਗੜ ਹੁੰਦੀ, ਬਾਅਦ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਗਾਣਾ ਗਿਆ ਕਿੱਧਰ। ਇਦਾਂ ਦੀਆਂ ਗੱਲਾਂ ਤੋਂ ਗੁਰੇਜ਼ ਕਰਕੇ। ਬਿਲਕੁਲ ਸਹੀ ਹੈ। ਦੇਖੋ, ਗੱਲ ਇਹ ਹੈ ਕਿ ਅਸੀਂ ਇਹੀ ਸੋਚ ਲਈਏ ਵੀ ਹਥਿਆਰਾਂ ਨੇ ਸਾਨੂੰ ਦਿੱਤਾ ਕੀ ਹੈ। ਹਰ ਇੱਕ ਇਨਸਾਨ ਨੂੰ ਬਦਲਣ ਦੇ ਲਈ
ਸਮਾਂ ਮਿਲਣਾ ਚਾਹੀਦਾ। ਹਰ ਇੱਕ ਇਨਸਾਨ ਨੂੰ ਇਹ ਹੱਕ ਹੈ ਕਿ ਜੇਕਰ ਬੀਤੇ ਵਰੇ ਦੇ ਵਿੱਚ ਉਹਨੇ ਕੁਝ ਗਲਤ ਕੀਤਾ ਤੇ ਜੇਕਰ ਉਹ ਬਦਲਣਾ ਚਾਹੁੰਦਾ ਹੈ, ਜੇਕਰ ਉਹਨੂੰ ਲੱਗਦਾ ਕਿ ਉਦੋਂ ਜੇ ਮੈਂ ਇਹ ਗੀਤ ਗਾਇਆ ਸੀ ਤੇ ਚਲੋ ਅੱਜ ਮੈਂ ਇਹ ਗੀਤ ਨਹੀਂ ਗਾਉਣਾ, ਤਾਂ ਮੈਨੂੰ ਲੱਗਦਾ ਉਸ ਬਦਲਾਅ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ। ਉਲਟਾ ਉਹਦੇ ਉੱਤੇ ਜ਼ੋਰ ਨਹੀਂ ਪਾਉਣਾ ਚਾਹੀਦਾ ਵੀ ਲੈ ਉਦੋਂ ਗਾਇਆ ਸੀ ਹੁਣ ਵੀ ਗਾ ਹੁਣ ਵੀ ਗਾ। ਜੇ ਅਗਲੇ ਨੂੰ ਹੁਣ, ਕਿਉਂਕਿ ਉਮਰ ਦੇ ਪੜਾਅ ਦੇ ਨਾਲ ਵੀ ਇਨਸਾਨ ਬਹੁਤ ਕੁਝ ਸਿੱਖਦਾ। ਟਾਣਾ ਸਾਹਿਬ, ਹੋ ਸਕਦਾ ਹੈ ਜਿਹੜੀਆਂ ਗੱਲਾਂ ਮੈਂ ਅੱਜ ਤੋਂ 5 ਸਾਲ ਪਹਿਲਾਂ ਕਰਦੀ ਸੀ, ਜਿਵੇਂ ਮੈਂ ਅੰਗਰੇਜ਼ੀ ਦੀ ਹੀ ਗੱਲ ਕਰ ਲਾਂ ਕਿ ਉਦੋਂ ਮੈਂ ਬਹੁਤ ਜ਼ਿਆਦਾ ਬੋਲਦੀ ਸੀ, ਤੁਸੀਂ ਮੈਨੂੰ ਟੋਕਦੇ ਸੀ, ਅੱਜ ਉਹ ਬਦਲਾਅ ਦਾ ਕਰਕੇ ਮੇਰੀ ਭਾਸ਼ਾ ਸ਼ੁੱਧ ਹੋ ਰਹੀ ਹੈ ਤੇ ਇੱਕ ਚੰਗੀ ਚੀਜ਼ ਹੈ ਨਾ। ਸੋ ਇਸ ਲਈ ਜੇਕਰ ਕੋਈ ਇਨਸਾਨ ਬਦਲਦਾ ਹੈ, ਜੇਕਰ ਕੋਈ ਇਨਸਾਨ ਆਪਣੀ ਕੋਈ ਗਲਤ ਆਦਤ ਛੱਡਦਾ ਹੈ, ਜੇਕਰ ਕੋਈ ਨਸ਼ੇੜੀ ਨਸ਼ਾ ਹੀ ਛੱਡਦਾ ਹੈ, ਆਪਾਂ ਇੱਕ ਉਦਾਹਰਨ ਲੈ ਲਈਏ, ਤਾਂ ਆਪਾਂ ਨੂੰ ਉਹਨੂੰ ਜੀ ਆਇਆਂ ਨੂੰ ਕਹਿਣਾ ਚਾਹੀਦਾ ਵੀ ਠੀਕ ਹੈ, ਤੂੰ ਮਾੜੇ ਕੰਮ ਤੋਂ ਚੰਗੇ ਕੰਮ ਵੱਲ ਆਇਆ ਤੇ ਇਹ ਚੰਗੀ ਚੀਜ਼ ਆ, ਤੈਨੂੰ ਚੰਗੇ ਰਾਹ ਦੇ ਉੱਪਰ ਤੁਰਨਾ ਚਾਹੀਦਾ। ਤੇ ਜੇਕਰ ਬੱਬੂ ਮਾਨ ਹੁਣਾਂ ਨੇ ਵੀ ਇਹ ਜਵਾਬ ਦਿੱਤਾ ਉਹਨਾਂ ਨੂੰ ਕਿ ਨਹੀਂ ਭਾਈ ਮੈਂ ਉਹ ਵਾਲਾ ਗੀਤ ਨਹੀਂ ਗਾਉਣਾ, ਚਾਹੇ ਉਹਨਾਂ ਨੇ ਇਹ ਕਿਹਾ ਵੀ ਮੈਂ ਪਰਚਾ ਨਹੀਂ ਕਰਵਾਉਣਾ ਜਾਂ ਮੈਂ ਉਹ ਗੀਤ ਨਹੀਂ ਗਾਉਣਾ, ਆਪਾਂ ਮੁਹੱਬਤ ਦੇ ਗੀਤ ਗਾਉਂਦੇ ਆ, ਇਹ ਜਿਹੜੀਆਂ ਵੀ ਗੱਲਾਂ ਕਹੀਆਂ ਬਿਲਕੁਲ ਵਾਜਬ ਨੇ। ਇੱਦਾਂ ਹੀ ਹੋਣਾ ਚਾਹੀਦਾ, ਮੁਹੱਬਤ ਦੀ ਗੱਲ ਕਰੋ, ਪਿਆਰ ਦੀ ਗੱਲ ਕਰੋ, ਤੁਸੀਂ ਚੰਗੇ ਸੁਨੇਹੇ ਵਾਲੇ ਗੀਤਾਂ ਦੀ ਗੱਲ ਕਰੋ, ਕਿਉਂ ਹਥਿਆਰਾਂ ਦੀ ਗੱਲ? ਬਿਲਕੁਲ ਜੀ। ਤੇ ਮੇਰੀ ਚੱਕਵਿਆਂ ਨੂੰ ਵੀ ਬੇਨਤੀ ਹੈ, ਜਿਹੜੇ ਚੱਕਵੇਂ ਕਹਿੰਦੇ ਵੀ ਸਿੱਧਾ ਹਿੱਕ 'ਚ ਹੀ ਵੱਜਣਾ ਚਾਹੀਦਾ, ਵੀ ਭਾਈ ਜ਼ਿੰਦਗੀ ਇੰਨੀ ਲੰਮੀ ਵੀ ਨਹੀਂ ਵੀ ਹਰ ਕਿਸੇ ਦੀ ਹਿੱਕ 'ਚ ਹੀ ਵੱਜਦੇ ਫਿਰ ਗਏ, ਕਦੇ ਕੰਧ 'ਚ ਵੱਜ ਗਏ, ਕਦੇ ਹਿੱਕ 'ਚ ਵੱਜ ਗਏ, ਕਦੇ ਕਿਸੇ ਹੋਰ। ਹਾਂ, ਵੀ ਆਪਦੀ ਜ਼ਿੰਦਗੀ ਦੇ ਵਿੱਚ ਹੋਰ ਬਹੁਤ ਕੁਝ ਕਰਨਾ ਬਾਕੀ ਹੁੰਦਾ, ਵੀ ਆਪਾਂ ਥੋੜੀ ਹੋਛੀ ਗੱਲ ਹੀ ਥੋੜੀ ਕਰਨੀ ਸਾਰੀ ਉਮਰ, ਵੀ ਐਂ ਕਰਦੇ ਕਰਦੇ ਜਹਾਨੋਂ ਤੁਰ ਜਗੇ ਤਾਂ ਸਾਡਾ ਵੀ ਕੀ ਫਾਇਦਾ ਘਰਦਿਆਂ ਨੂੰ। ਬਿਲਕੁਲ ਸਹੀ। ਇਸ ਕਰਕੇ ਭਾਈ ਥੋੜਾ ਜਿਹਾ ਸੋਚ ਕੇ ਵਿਚਾਰ ਗਏ। ਜੱਜ ਦਾ ਵਿਚਾਰ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਚਾਈ ਦਾ ਵਿਚਾਰ ਵੇਖ ਰਹੇ ਹੋ ਤੁਸੀਂ, ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਟਾਣਾ ਸਾਹਿਬ, ਬਿਲਕੁਲ ਜੀ, ਬਿਲਕੁਲ ਸਹੀ। ਆਪਾਂ ਗੱਲ ਕਰ ਰਹੇ ਸੀ ਬਦਲਾਅ ਦੀ, ਆਪਾਂ ਗੱਲ ਕਰ ਰਹੇ ਸੀ ਕਿ ਹਰ ਇੱਕ ਇਨਸਾਨ ਨੂੰ ਜ਼ਰੂਰ ਬਦਲਣਾ ਵੀ ਚਾਹੀਦਾ, ਮਾੜੇ ਤੋਂ ਚੰਗੇ ਵਾਲੇ ਪਾਸੇ ਆਉਣਾ ਚਾਹੀਦਾ, ਤੇ ਜੇਕਰ ਕੋਈ ਬਦਲਣ ਦਾ ਸੁਨੇਹਾ ਦਿੰਦਾ ਤਾਂ ਸਾਨੂੰ ਉਹਦੀ ਵੀ ਕਦਰ ਜ਼ਰੂਰ ਕਰਨੀ ਚਾਹੀਦੀ। ਬਿਲਕੁਲ ਸਹੀ ਹੈ। ਆਪਾਂ ਅਕਸਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰਦੇ ਹਾਂ ਕਿ ਨਸ਼ੇ ਨੇ ਕਈਆਂ ਘਰਾਂ ਦੇ ਵਿੱਚ 70 ਵਿਛਾ ਦਿੱਤੇ। ਬਿਲਕੁਲ ਸਹੀ। ਇਕੱਲੇ ਪੰਜਾਬ ਦੀ ਹੀ ਨਹੀਂ, ਸਮੁੱਚੇ ਭਾਰਤ ਦੀ ਜੇ ਆਪਾਂ ਗੱਲ ਕਰੀਏ ਤਾਂ ਭਾਰਤ ਦੇ ਵਿੱਚੋਂ ਵੀ ਬਹੁਤ ਸਾਰੀਆਂ ਅਣਗਿਣਤ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਜਿਹਦੇ ਵਿੱਚ ਇਹ ਗੱਲਾਂ ਲਿਖੀਆਂ ਹੁੰਦੀਆਂ ਕਿ ਕੋਈ ਨਸ਼ੇ ਦੇ ਵਿੱਚ ਓਵਰਡੋਜ਼ ਦਾ ਕਰਕੇ ਕੋਈ ਕੂਚ ਕਰ ਗਿਆ, ਕੋਈ ਨਸ਼ੇ ਦਾ ਕਰਕੇ ਕਿਸੇ ਨੇ ਸੜਕੀ ਦੁਰਘਟਨਾ ਕੋਈ ਹੋ ਗਈ, ਕਿਤੇ ਕੁਛ ਹੋ ਗਿਆ, ਕਿਤੇ ਕੁਛ ਹੋ ਗਿਆ। ਔਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਠੱਲ ਪੈਣੀ ਚਾਹੀਦੀ ਹੈ। ਪਰ ਇੱਕ ਔਰਤ ਹੈ ਟਾਣਾ ਸਾਹਿਬ, ਉਹਦੇ ਘਰ ਦੇ ਵਿੱਚ ਵੀ ਨਸ਼ੇ ਨੇ 70 ਵਿਛਾਏ ਸੀ। ਅੱਛਾ। ਪਰ ਉਹ ਹਾਰੀ ਨਹੀਂ, ਉਹ ਸਾਈਕਲ ਤੇ ਸਵਾਰ ਹੋ ਕੇ ਨਸ਼ੇ ਖਿਲਾਫ ਸੰਦੇਸ਼ ਦੇਣ ਲੱਗ ਪਈ। ਬਹੁਤ ਖੂਬ। ਇਹ ਜਿਹੜੀ ਔਰਤ ਹੈ ਇਹਦਾ ਨਾਮ ਹੈ ਕਮਲੇਸ਼ ਰਾਣਾ। 63 ਸਾਲ ਦੀ ਇਹਨਾਂ ਦੀ ਉਮਰ ਹੈ ਔਰ ਇਹਨਾਂ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਇਹ ਡਿਪਰੈਸ਼ਨ ਦੇ ਵਿੱਚ ਚਲੇ ਗਏ। ਪਰ ਫਿਰ ਇਹਨਾਂ ਨੇ ਇੱਕ ਤਹਈਆ ਕੀਤਾ ਕਿ ਮੈਂ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਯਾਨੀ ਸਮੁੱਚੇ ਭਾਰਤ ਦੇ ਵਿੱਚ ਜਿਹੜਾ ਉਹ ਆਪਾਂ ਕਹਿ ਲਓ ਇੱਕ ਰਾਹ ਹੈ ਜੰਮੂ ਤੋਂ ਕੰਨਿਆ ਕੁਮਾਰੀ ਤੱਕ, ਕਹਿੰਦੇ ਉੱਥੋਂ ਤੱਕ ਮੈਂ ਸਾਈਕਲ ਦੇ ਉੱਪਰ ਜਾ ਕੇ ਨਸ਼ੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ ਹੈ, ਸੁਨੇਹਾ ਦੇਣਾ। ਬਹੁਤ ਕੁਝ ਵਾਪਰਿਆ ਇਹਨਾਂ ਦੇ ਨਾਲ। ਤੁਸੀਂ ਵੇਖੋ ਕਿ ਇਹ ਤੁਰੇ ਹੋਏ ਨੇ, ਬੰਗਲੌਰ ਦੇ ਵਿੱਚ ਇਹਨਾਂ ਦੇ ਨਾਲ ਸੜਕੀ ਹਾਦਸਾ ਵੀ ਵਾਪਰਿਆ, ਬੱਸ ਵੱਜ ਗਈ ਜੀ, ਜਿਹਦੇ ਕਰਕੇ ਹੱਥ ਟੁੱਟ ਗਿਆ ਇਹਨਾਂ ਦਾ। ਪਰ ਫਿਰ ਵੀ ਇਹ ਬੀਬੀ ਹਾਰੀ ਨਹੀਂ, ਇਹ ਤਿਆਰ ਹੈ। ਦੇਖੋ ਗੱਲ ਹਰਮਨ ਜੀ ਇਹ ਆ ਵੀ ਤੁਹਾਡਾ ਇਰਾਦਾ ਕਿਹੋ ਜਿਹਾ, ਸਭ ਤੋਂ ਵੱਡੀ ਗੱਲ ਇਹ ਆ ਜੀ। ਅਸੀਂ ਸਾਰੇ ਇਹ ਗੱਲ ਕਹਿੰਦੇ ਵੀ ਸਰਕਾਰਾਂ ਮਾੜੀਆਂ, ਬਿਲਕੁਲ ਠੀਕ। ਅਸੀਂ ਸਾਰੇ ਇਹ ਗੱਲ ਕਹਿੰਦੇ ਕਿ ਪੁਲਿਸ ਮਾੜੀ, ਚਲੋ ਇਹ ਵੀ ਠੀਕ। ਪਰ ਭਾਈ ਆਪ ਵੀ ਸੋਚ ਗਏ ਵੀ ਅਸੀਂ ਆਪ ਕਿੱਥੇ ਜੇ ਖੜੇ ਆ ਜੀ। ਕੋਈ ਕਿਸੇ ਨੂੰ ਢਾਹ ਕੇ ਨਸ਼ੇ ਤੇ ਨਹੀਂ ਲਾਉਂਦਾ, ਮੈਨੂੰ ਤਾਂ ਕਦੇ ਲਾਇਆ ਨਹੀਂ। ਨਾ ਮੈਨੂੰ ਕਦੇ ਕਿਸੇ ਨੇ ਗੱਲ ਕਹੀ ਆ ਵੀ ਯਾਰੀ ਟੁੱਟ ਜੂਗੀ, ਦੋਸਤੀ ਟੁੱਟ ਜੂ ਜੇਕਰ ਤੂੰ ਪੈਗ ਨਾ ਲਾਇਆ। ਨਾ ਮੈਨੂੰ ਕਦੇ ਕਿਸੇ ਨੇ ਫੀਮ ਖਵਾਈ ਆ, ਨਾ ਮੈਨੂੰ ਕਦੇ ਕਿਸੇ ਨੇ ਇਹ ਗੱਲ ਕਹੀ ਵੀ ਭੁੱਕੀ ਪੀ ਲਾ, ਨਾ ਮੈਨੂੰ ਕਿਸੇ ਨੇ ਗੱਲ ਕਹੀ ਵੀ ਭਾਈ ਚਿੱਟੇ ਦੀ ਵਰਤੋਂ ਕਰ। ਮਤਲਬ ਇਹ ਵੀ ਜੇਕਰ ਮੇਰੇ ਤੇ ਕਿਸੇ ਨੇ ਜ਼ੋਰ ਨਹੀਂ ਪਾਇਆ, ਮੈਂ 16 ਸਾਲ ਦਾ ਵੀ ਸੀ, ਮੈਂ 20 ਦਾ ਵੀ ਸੀ, ਮੈਂ 25 ਦਾ ਵੀ ਸੀ, ਮੈਂ 30 ਦਾ ਵੀ ਸੀ। ਤੇ ਬਹੁਤ ਸਾਰੇ ਲੋਕ ਇਦਾਂ ਸਾਰੀ ਉਮਰ ਦੇ ਵਿੱਚੋਂ ਨਿਕਲਦੇ ਆ, ਪਰ ਉਹ ਨਸ਼ੇ ਦੇ ਨੇੜੇ ਨਹੀਂ ਜਾਂਦੇ। ਆਪ ਦਾ ਇਰਾਦਾ ਵੀ ਮਜ਼ਬੂਤ ਰੱਖਣਾ ਕਿ ਸਾਡਾ ਘਰ ਕਿਵੇਂ ਹੈ, ਬਿਲਕੁਲ ਸਹੀ, ਸਾਡੀ ਮਾਂ ਕਿਵੇਂ ਹੈ, ਸਾਡਾ ਪਰਿਵਾਰ ਕਿਵੇਂ, ਸਾਡੇ ਸਿਰ ਕਰਜ਼ਾ ਕਿਵੇਂ ਹੈ। ਬੇਨਤੀ ਹੈ ਵੀ ਜੇਕਰ ਤੁਸੀਂ ਨਸ਼ੇ ਦੇ ਵਿੱਚ ਲੱਗ ਗਏ ਆ ਤੇ ਭਾਈ ਹਾਲੇ ਵੀ ਮੋੜ ਕੱਟ ਲਓ। ਇਹ ਮੋੜ ਕੱਟਣਾ ਹੀ ਪੈਣਾ। ਆਪਾਂ ਉਲਾਂਭੇ ਦੇ ਦੇ ਕੇ ਜ਼ਿੰਦਗੀ ਖਤਮ ਕਰ ਲਾਂਗੇ, ਪਰ ਆਪਾਂ ਆਪ ਹੀ ਚੰਗੇ ਬਣਨਾ। ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਜਿਹੜੀ ਬੀਬੀ ਜੀ ਆ ਕਮਲੇਸ਼ ਰਾਣਾ, ਇਹਨਾਂ ਨੇ ਜਿੰਨਾ ਵੱਡਾ ਫੈਸਲਾ ਕੀਤਾ ਜੀ, ਤੇ ਇਹ ਵੀ ਤਾਂ ਕਹਿ ਸਕਦੇ ਸੀ ਵੀ ਭਾਈ ਕੋਈ ਗੱਲ ਨਹੀਂ, ਮੈਂ ਕੀ ਲੈਣਾ, ਸਿਰ ਦਾ ਸਾਈਂ ਤੁਰ ਗਿਆ, ਚਿੱਟੇ ਲੀੜੇ ਪਾਉਣੀ ਆ ਤੇ ਬੈਠੀ ਰਹਿਣੀ ਆ, ਯਾਦਾਂ ਦੇ ਵਿੱਚ ਗਵਾਚੀ ਰਹਿਣੀ ਆ। ਇਸ ਔਰਤ ਨੇ ਤੰਦਰੁਸਤੀ ਵੀ ਹਾਸਲ ਕੀਤੀ ਆ, ਡਿਪਰੈਸ਼ਨ ਦੇ ਵਿੱਚ ਆਈ, ਸਾਈਕਲਿੰਗ ਕੀਤੀ, ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲੀ, ਹੁਣ ਤੰਦਰੁਸਤ ਆ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਾ ਕੇ ਲੋਕਾਂ ਦੇ ਵਿੱਚ ਅਲਖ ਜਗਾਉਣ ਦੀ ਕੋਸ਼ਿਸ਼ ਆ। ਦੇਖੋ ਇਹ ਸੰਕੇਤਕ ਤੌਰ ਦੇ ਉੱਤੇ ਆ। ਹੁਣ ਆਪਾਂ ਕਹਿੰਦੇ ਵੀ ਸਾਈਕਲ ਤੇ ਜਾਂਦਾ ਬੰਦਾ ਸਾਰੇ ਸਮਾਜ ਨੂੰ ਸੁਧਾਰ ਦੂਗਾ, ਐਂ ਥੋੜੀ ਹੁੰਦਾ। ਹਰ ਬੰਦਾ ਆਪੋ ਆਪਣੇ ਪੱਧਰ ਦੇ ਉੱਤੇ ਯਤਨ ਕਰੇ, ਕੋਸ਼ਿਸ਼ ਤਾਂ ਕਰ ਰਹੀ ਹੈ ਨਾ ਉਹ, ਨਹੀਂ ਤਾਂ ਇਹ ਦੁੱਖ ਕੋਈ ਬਹੁਤ ਛੋਟਾ ਦੁੱਖ ਨਹੀਂ ਹੈ ਟਾਣਾ ਸਾਹਿਬ। ਹੁਣ ਇਸ ਔਰਤ ਦਾ ਹੱਥ ਟੁੱਟ ਗਿਆ, ਇਹਦਾ ਪਲਸਤਰ ਫੇਰ ਲਾਇਆ ਗਿਆ, ਇਹਦੇ ਟੰਕੇ ਹੁਣ ਕੱਟੇ ਆ, ਕਹਿੰਦੇ ਇਹਦਾ ਆਪਰੇਸ਼ਨ ਕਰਨਾ ਪਿਆ ਸੀ। ਇਹਨੇ ਰੋਹਤਕ ਦੇ ਵੱਲ ਵਾਪਸ ਆ ਜਾਣਾ ਤੇ ਕੁਝ ਦਿਨਾਂ ਬਾਅਦ ਇਹਨੇ ਫਿਰ ਕੰਨਿਆ ਕੁਮਾਰੀ ਦੇ ਵੱਲ ਤੁਰ ਪੈਣਾ। ਇਹਨੇ ਬੜੀ ਲੰਮੀ ਯਾਤਰਾ ਕਰ ਲਈ ਤੇ ਹਾਲੇ ਕਾਫੀ ਲੰਮੀ ਯਾਤਰਾ ਪਈ ਆ,
ਪਰ ਚੰਗੇ ਲੋਕ ਵੀ ਹਰਮਨ ਜੀ ਥਾਂ ਥਾਂ ਤੇ ਆ। ਬਿਲਕੁਲ ਸਹੀ। ਸੰਗਰੂਰ ਦੇ ਵਿੱਚ ਪਿੰਡ ਝਾੜੋ, ਇਸ ਪਿੰਡ ਦੇ ਵਿੱਚ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਕਿ 1 ਜਨਵਰੀ ਤੋਂ ਜਿਹੜੀ ਕਿ ਲੰਘੀ ਆ, 1 ਜਨਵਰੀ ਤੋਂ ਜੇਕਰ ਪਿੰਡ ਦੇ ਵਿੱਚ ਕੋਈ ਵੀ ਤੰਬਾਕੂ ਵਾਲੀ ਚੀਜ਼ ਵੇਚੂਗਾ ਹੱਟੀ ਤੇ, ਭਾਵੇਂ ਉਹ ਬੀੜੀ ਆ, ਸਿਗਰਟਾ, ਜਰਦਾ ਜਾਂ ਕੁਝ ਹੋਰ ਆ, ਉਹਨੂੰ 5000 ਰੁਪਇਆ ਜੁਰਮਾਨਾ ਤੇ 1 ਹਫ਼ਤਾ ਦੁਕਾਨ ਬੰਦ ਰਹੂਗੀ। ਬਹੁਤ ਖੂਬ। ਫਿਰੋਜ਼ਪੁਰ ਦੇ ਵਿੱਚ ਪਿੰਡ ਆ ਮਨਸੂਰਵਾਲ, ਇਸ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਵੀ ਜੇਕਰ ਸਾਡੇ ਪਿੰਡ ਦੇ ਵਿੱਚ ਕੋਈ ਤੰਬਾਕੂ ਵਾਲੀ ਚੀਜ਼ ਵੇਚੂਗਾ 10000 ਰੁਪਇਆ ਜੁਰਮਾਨਾ ਤੇ 1 ਮਹੀਨੇ ਵਾਸਤੇ ਦੁਕਾਨ ਬੰਦ। ਜੀ। ਬਦਨੀ ਦੇ ਵਿੱਚ ਜਿਹੜੀ ਕੌਂਸਲ ਆ, ਉਹਦੇ ਕੌਂਸਲਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਜੇਕਰ ਸਾਡੇ ਇਸ ਇਲਾਕੇ ਦੇ ਵਿੱਚ, ਹਲਕੇ ਦੇ ਵਿੱਚ, ਖੇਤਰ 'ਚ ਕਿਸੇ ਦੇ ਉੱਤੇ ਵੀ NDPS ਦਾ ਪਰਚਾ ਦਰਜ ਹੁੰਦਾ, ਉਹਦੇ ਨਾਲ ਕੋਈ ਤੁਰੂਗਾ ਨਹੀਂ, ਕੋਈ ਕੌਂਸਲਰ ਉਹਦੇ ਨਾਲ ਨਹੀਂ ਤੁਰੂਗਾ। ਇਦਾਂ ਦੇ ਲੋਕ ਵੀ ਹੈਗੇ ਨੇ। ਪਿੰਡ ਦੇ ਵਿੱਚ ਇਹੋ ਜਿਹੇ ਇਰਾਦੇ ਪੈਦਾ ਕਰਨੇ ਚਾਹੀਦੇ, ਇਹੋ ਜਿਹੇ ਫੈਸਲੇ ਕਰਨੇ ਚਾਹੀਦੇ। ਬਿਲਕੁਲ। ਔਰ ਜਿਹੜੇ ਲੋਕ ਇਹੋ ਜਿਹੇ ਫੈਸਲੇ ਲੈਂਦੇ ਨੇ ਉਹਨਾਂ ਤੋਂ ਕੁਝ ਨਾ ਕੁਝ ਸਿੱਖਣਾ ਵੀ ਜ਼ਰੂਰ ਚਾਹੀਦਾ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਇੱਕ ਨਾ ਸ਼ੇਰ ਦੇ ਬੋਲ ਮੈਨੂੰ ਚੇਤੇ ਆਉਂਦੇ ਆ कि वो दगा लिखते रहे हम दुआ पढ़ते रहे, वो दगा लिखते रहे हम दुआ पढ़ते रहे, एक नुक्ते ने महरम से मुजरिम बना दिया। वाह वाह। कई वारी लगा मात्रा दे नाल ऐसा यब पैंदा, ऐसा चक्कर पैंदा भी पता नहीं लगता भी की तो की बदल गया। भुलेखे नाल भी बहुत कुछ हो जाता है, बड़ा कुछ हुंदा। तुसीं देखो, रुको मत कौमा जाने दो, ਤੇ ਰੁਕੋ ਤੋਂ ਬਾਅਦ ਕੋਮਾ ਲਾ ਦੋ, ਮਤ ਜਾਣੇ ਦੋ, ਉਹਦੇ ਅਰਥ ਬਦਲ ਗਏ। ਮਤਲਬ ਇਹ ਵੀ ਗੱਲ ਤਾਂ ਕੌਮੇ ਦੀ ਆ ਨਾ, ਸਾਰੇ ਸ਼ਬਦ ਵੀ ਉਹੀ ਆ, ਸਾਰੇ ਅੱਖਰ ਵੀ ਆ। ਰੁਕੋ ਮਤ ਜਾਣੇ ਦੋ, ਪੌਜ਼ ਤੇ ਗੱਲ ਮੁੱਕਦੀ ਹੈ। ਮਤ ਜਾਣੇ ਦੋ, ਤੇ ਗੱਲ ਤਾਂ ਉੱਥੇ ਬਿਲਕੁਲ ਅੱਖਰ ਉਹੀ ਤੇ ਫਰਕ ਕਿੰਨਾ। ਬਿਲਕੁਲ। ਸੋ ਇਹੋ ਜਿਹਾ ਚੱਕਰ ਇੱਕ ਬ੍ਰਿਟੇਨ ਦੇ ਵਿੱਚ ਪੈ ਗਿਆ। ਕੀ ਹੋਇਆ? ਉੱਥੇ ਇੱਕ ਮੈਡੀਕਲ ਕਲੀਨਿਕ ਆ, ਉਹਨਾਂ ਨੇ ਜਿਹੜੇ ਪ੍ਰਬੰਧਕ ਆ, ਪੜ੍ਹੇ ਲਿਖੇ ਜ਼ਿਆਦਾ, ਉਹ ਉਹਨਾਂ ਨੇ ਕੀਤਾ ਜੀ, ਜਿਹੜੇ ਆਪਣੇ ਮਰੀਜ਼ ਜਾਂ ਹੋਰਨਾਂ ਨੂੰ ਇੱਕ ਮੈਸੇਜ, ਸੁਨੇਹਾ ਭੇਜਿਆ। ਭੇਜਣਾ ਸੀਗਾ ਜੀ ਉਹਨਾਂ ਨੇ ਕ੍ਰਿਸਮਸ ਦੀਆਂ ਵਧਾਈਆਂ ਦਾ, ਤੇ ਭੇਜ ਬੈਠੇ ਗਲਤੀ ਦੇ ਨਾਲ ਕੈਂਸਰ ਆ, ਤੁਹਾਨੂੰ ਕੈਂਸਰ ਆ ਜੀ, ਤੁਸੀਂ ਲੰਗਸ ਕੈਂਸਰ ਤੋਂ ਪੀੜਤ ਆ। ਲਓ ਜੀ, ਜਿਨ੍ਹਾਂ ਨੂੰ ਇਹ ਗਿਆ ਸੁਨੇਹਾ, ਉਹਨਾਂ ਦਾ ਚੱਕਰ ਪੈ ਗਿਆ। ਬਿਲਕੁਲ। ਧੜਾ ਧੜ ਫੋਨ ਦੀਆਂ ਟੱਲੀਆਂ ਉਸ ਹਸਪਤਾਲ ਦੇ ਵਿੱਚ, ਕਲੀਨਿਕ 'ਚ ਖੜਕ ਰਹੀਆਂ। ਬਾਅਦ ਦੇ ਵਿੱਚ ਜਦੋਂ ਉੱਥੇ ਲੋਕ ਆਉਣੇ ਸ਼ੁਰੂ ਹੋ ਗਏ ਤਾਂ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲੋਂ ਗਲਤੀ ਦੇ ਨਾਲ ਇਹ ਮੈਸੇਜ ਭੇਜਿਆ ਗਿਆ, ਅਸੀਂ ਕਿਸੇ ਨੂੰ ਉਹਦੀ ਰਿਪੋਰਟ ਮੈਸੇਜ ਕਰਨੀ ਸੀ ਵੀ ਭਾਈ ਤੁਹਾਨੂੰ ਲੰਗਸ ਕੈਂਸਰ ਆ, ਪਰ ਅਸੀਂ ਤੁਹਾਨੂੰ ਕ੍ਰਿਸਮਸ ਦਾ ਸੁਨੇਹਾ ਵੀ ਭੇਜਣਾ ਸੀ, ਪਰ ਉਹ ਜਿਹੜਾ ਮੈਸੇਜ ਕਾਪੀ ਕੀਤਾ ਇਹ ਸਾਰਿਆਂ ਨੂੰ ਹੋ ਗਿਆ। ਆਲ ਫਾਰਵਰਡ ਕਹਿੰਦੇ ਜਿਹਨੂੰ, ਫਾਰਵਰਡ ਟੂ ਆਲ। ਕਹਿੰਦੇ ਵੀ ਸਾਰਿਆਂ ਨੂੰ ਚਲਾ ਗਿਆ, ਤੇ ਕਹਿੰਦੇ ਵੀ ਇਸ ਕਰਕੇ ਅਸੀਂ ਮਾਫੀ ਮੰਗਦੇ। ਘੰਟੇ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਸੁਧਾਰ ਲਈ ਹੈ, ਤੇ ਜੇ ਕਿਤੇ ਇੱਥੇ ਹੁੰਦਾ ਤਾਂ ਹੁਣ ਇਨਕੁਆਇਰੀ ਬੈਠੀ ਹੋਣੀ ਸੀ, ਜਾਂਚ ਕਮੇਟੀ ਗਠਿਤ ਕੀਤੀ। ਨਾ ਅੱਧਿਆਂ ਦਾ ਇਲਾਜ ਵੀ ਸ਼ੁਰੂ ਕਰ ਦੇਣਾ ਸੀ ਉਹਨਾਂ ਨੇ, ਗਠਿਤ ਕਰ ਦਿੱਤੀ ਹੈ ਜੀ। ਹੁਣ ਇਹਦੇ ਉੱਤੇ ਇੱਕ ਹੋਰ ਕਮੇਟੀ ਬਣਾ ਦਿੱਤੀ ਹੈ, ਤੇ ਹੁਣ 3-4 ਸਾਲ ਲੱਗਣਗੇ ਜੀ, ਉਦੋਂ ਤੱਕ ਤੁਸੀਂ ਆਪਦਾ ਇਲਾਜ ਕਰਾਈ ਚੱਲੋ। ਹਾਂ ਬਿਲਕੁਲ ਸਹੀ ਹੈ। ਤੇ ਨਜਾਇਜ਼ ਹੀ ਕਈਆਂ ਨੂੰ ਦਵਾਈਆਂ ਖਵਾ ਦੇਣੀਆਂ ਸੀ, ਕਈਆਂ ਨੂੰ ਚਿੰਤਾ 'ਚ ਪਾ ਦੇਣਾ ਸੀ। ਪਰ ਤੁਸੀਂ ਵੇਖੋ ਟਾਣਾ ਸਾਹਿਬ, ਬੰਦਾ ਇੱਕ ਵਾਰ ਤਾਂ ਹਿੱਲ ਜਾਂਦਾ ਇਹੋ ਜਿਹਾ ਸੁਨੇਹਾ ਪੜ੍ਹ ਕੇ ਵੀ, ਮਤਲਬ ਇੱਕਦਮ ਕਿਸੇ ਦੇ ਫੋਨ ਦੇ ਉੱਤੇ ਇਹ ਮੈਸੇਜ ਆਵੇ, ਜਾਂ ਫਿਰ ਇਹ ਮੈਸੇਜ ਆਵੇ ਤੁਹਾਡੇ ਖਾਤੇ 'ਚੋਂ ਪੈਸੇ ਸਾਰੇ ਨਿਕਲ ਗਏ, ਬੰਦਾ ਇੱਕ ਵਾਰ ਤਾਂ ਘਬਰਾ ਜਾਂਦਾ ਵੀ ਆਹ ਕੀ ਬਣ ਗਿਆ। ਬਿਲਕੁਲ ਸਹੀ ਗੱਲ ਜੀ। ਉਹ ਕਿਸੇ ਨੇ ਕਿਸੇ ਨੂੰ ਕਿਹਾ ਸੀ, ਕਹਿੰਦੇ ਵੀ ਕੀ ਤੇਰੇ ਸੱਪ ਲੜ ਗਿਆ, ਉਹਨੇ ਕੀ ਤਾਂ ਮੂਹਰੋਂ ਸੁਣਿਆ ਨਹੀਂ, ਉਹਨੇ ਕੱਲੀ ਆਹ ਗੱਲ ਸੁਣ ਲਈ ਕਿ ਸੱਪ ਲੜ ਗਿਆ। ਉਹ ਕਹਿੰਦੇ ਕਿਵੇਂ ਲੜ ਗਿਆ, ਮਰ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਮੂਹਰੇ ਕੀ ਵੀ ਪੜ ਲਾ, ਮੈਂ ਤਾਂ ਤਾਨੇ ਦੇ ਰੂਪ ਦੇ ਵਿੱਚ ਕਹੀ ਗੱਲ, ਸਿੱਧਾ ਐਂਡ ਵਾਲੀ ਗੱਲ ਨਾ ਪੜਿਆ ਕਰੋ। ਸਾਡੇ ਪੰਜਾਬੀਆਂ ਦੇ ਵਿੱਚ ਕੁਝ ਕਦੀ ਇੱਕ ਆਦਤ ਆ ਵੀ ਅਸੀਂ ਅਖੀਰਲੀ ਗੱਲ ਪਹਿਲਾਂ ਹੀ ਕਹਿ ਦੇਣੀ ਆ, ਮਰ ਜਾ, ਹੌਲੀ ਹੌਲੀ ਅੱਗੇ ਵਧੋ, ਤੇਰੇ ਡੇਲੇ ਕੱਢ ਲੂੰ, ਤੇਰੀ ਜੀਭ ਵੱਢੂ, ਤੇਰੀ ਇੰਨੇ ਹਿੰਸਕ ਹਰ ਗੱਲ ਦੇ ਵਿੱਚ ਅਖੀਰਲੀ ਗੱਲ ਸ਼ੁਰੂ 'ਚ ਕਹਿ ਦਿੰਦੇ ਆ, ਮੈਂ ਸਿਰ ਪਾੜ ਦੂੰ, ਖਲਾਰਾ ਪਾ ਦੂੰ, ਮੈਂ ਤੇਰਾ ਨਾਸਾਂ ਭੰਨੂ, ਤੇਰਾ ਗਾਟਾ ਲਾ ਦੂੰ। ਸਾਰੀ ਦਿਹਾੜੀ ਤਾਂ ਆਪਾਂ ਕਾਪਾ ਚੱਕੀ ਫਿਰਦੇ ਆ, ਫਿਰ ਕਹਿੰਦੇ ਵੀ ਪਿਆਰ ਦੇ ਬਸ ਪੁਜਾਰੀ ਬਣ ਜਾਣਾ ਸੀ। ਐਂਡ ਵਾਲੀ ਗੱਲ, ਐਂਡ ਵਾਲੀ ਗੱਲ, ਅਖੀਰਲੀ ਗੱਲ ਆਪਾਂ ਸ਼ੁਰੂ 'ਚ ਕਹਿ ਦਿੰਦੇ ਆ, ਤੇ ਅਖੀਰ ਤੇ ਸਾਨੂੰ ਸ਼ਬਦ ਨਹੀਂ ਲੱਭਦੇ ਵੀ ਹੁਣ ਉਹ ਜਦੋਂ ਮਾਰ ਹੀ ਦਿੱਤਾ, ਹੁਣ ਇਸ ਤੋਂ ਬਾਅਦ ਕੀ ਕਰੂੰਗਾ, ਤੇਰੀ ਬਰਸੀ ਤੇ ਆਊਂ। ਅੱਛਾ, ਮੈਨੂੰ ਚੇਤੇ ਆ ਗਿਆ, ਰਾਹੁਲ ਗਾਂਧੀ ਨੇ ਵੀ ਕਿਹਾ, ਉਹ ਕਹਿੰਦੇ 2023 ਦੇ ਵਿੱਚ ਨਾ, ਅੱਛਾ ਮੈਂ ਕਿਹਾ ਪਤਾ ਨਹੀਂ ਰਾਹੁਲ ਗਾਂਧੀ ਨੇ ਵੀ ਕਿਸੇ ਨੂੰ ਕਿਹਾ ਤੈਨੂੰ ਮਾਰ ਦਊਂ। ਨਹੀਂ ਗੱਲ ਸੁਣੋ, ਰਾਹੁਲ ਗਾਂਧੀ ਨੇ ਕਿਹਾ ਜੀ ਕਿ 2023 ਦੇ ਵਿੱਚ ਅਸੀਂ ਪੂਰੇ ਭਾਰਤ ਦੇ ਵਿੱਚ ਪਿਆਰ ਦੀਆਂ ਦੁਕਾਨਾਂ ਖੋਲਾਂਗੇ। ਅੱਛਾ ਜੀ, ਉੱਥੇ ਮਤਲਬ ਕਿੰਨਾ ਰੁਪਏ ਕਿਲੋ ਪਿਆਰ ਮਿਲਿਆ ਕਰੂ? ਐ ਨਹੀਂ, ਉਹਨਾਂ ਨੇ ਪਤਾ ਨਹੀਂ ਕਿਵੇਂ, ਉਹਨਾਂ ਦਾ ਪ੍ਰਸੰਗ ਕੀ ਹੋਊਗਾ, ਉਹ ਕਹਿੰਦੇ ਵੀ ਪਿਆਰ ਦੀਆਂ ਦੁਕਾਨਾਂ ਖੋਲਾਂਗੇ, ਬਣਦੀਆਂ ਨੇ। ਹੁਣ ਦੇਖੋ, ਰਾਹੁਲ ਗਾਂਧੀ ਨੇ ਦਾੜੀ ਵਧਾ ਲਈ ਹੈ, ਤੇ ਸਾਡੇ ਪੰਜਾਬੀਆਂ ਦੇ ਵਿੱਚੋਂ ਕਈਆਂ ਨੇ ਪਤਾ ਗੱਲਾਂ ਕੀ ਲਿਖੀਆਂ, ਕਿਉਂਕਿ ਆਪਾਂ ਟੀਚਰ ਕਰ ਲਈ ਤਾਂ ਆਪਣੇ ਸੁਭਾਅ 'ਚ ਆ, ਕਹਿੰਦੇ ਪਹਿਲਾਂ ਦਾੜੀ ਤਾਂ ਕਟਵਾ ਲਾ, ਤੇਰੀ ਦਾੜੀ ਚਿੱਟੀ ਹੋ ਗਈ, ਚਿੱਟੀ ਹੋ ਗਈ, ਵਿਆਹ ਤਾਂ ਕਰਾ ਲੈ, ਨਾਈ ਨਹੀਂ ਲੱਭਦਾ, ਬੇਬੇ ਨੂੰ ਕਦੇ ਸੁੱਖ ਦੇ ਦੇ, ਉਹ ਵੀ ਕਵੇ ਕੋਈ ਪਰੌਂਠੇ ਪਕਾਉਣ ਵਾਲੀ ਆ। ਥੱਲੇ ਇੱਕ ਨੇ ਹੋਰ ਲਿਖਿਆ, ਕਹਿੰਦੇ ਸਾਡੇ ਤਾਂ ਮਹੱਲੇ 'ਚ ਵੈਸੇ ਪਹਿਲਾਂ ਪਿਆਰ ਚੱਲਦਾ।
ਮਤਲਬ ਕੁਛ ਨਾ ਕੁਛ ਲਿਖਣਾ ਆਪਣੇ ਹੱਥ ਥੋੜੀਆਂ ਰਹਿੰਦੇ ਆ। ਆਪਾਂ ਕੁਝ ਕਹਿਣਾ ਕੁਛ ਐ ਨਾ ਟਾਈਪ ਕਰਾਂਗੇ ਪੱਤਾ ਤੋੜ ਲਾਂਗੇ, ਹਾਂਜੀ ਪੱਤਾ ਨਾ ਤੋੜਾਂਗੇ ਬੰਬਲ ਪੱਟ ਦਿਆਂਗੇ। ਹੋਰ ਨਹੀਂ ਕੁਝ ਤਾਂ ਕਿਸੇ ਦੇ ਸੋਫੇ ਤੇ ਬਹਿ ਕੇ ਉਹਨੂੰ ਹਾਂ। ਪੱਟੀ ਜਾਵਾਂਗੇ। ਕਹਿੰਦੇ ਸਿਨੇਮੇ 'ਚ ਜਾ ਕੇ ਦੇਖਿਓ ਅੱਧੀਆਂ ਸੀਟਾਂ ਮੂਹਰੋਂ ਛਿੱਲੀਆਂ ਪਈਆਂ ਹੁੰਦੀਆਂ। ਹਾਂ ਜੇ ਹੱਥ 'ਚ ਪੈਨ ਆ ਗਿਆ ਤਾਂ ਜਿੱਥੇ ਜੀ ਕੀਤਾ ਪੈਨ ਨਾ ਵਾਤਾ। ਫਿਰ ਜਾ ਕੇ ਸਰਕਾਰੀ ਗੁਸਲਖਾਨੇ 'ਚ ਜੋ ਚਿੱਤਰਕਾਰੀ ਕਰਦੇ ਆ ਆਪਾਂ, ਪਤਾ ਨਹੀਂ ਇੰਨਾ ਸਮਾਂ ਕਿਵੇਂ ਲੱਗ ਪਤਾ ਨਹੀਂ ਕਿੱਥੋਂ ਕਿਹਦਾ ਨੰਬਰ ਲੈ ਕੇ ਆਉਂਦੇ, ਸਾਰਾ ਕੁਝ ਉੱਥੇ ਲਿਖ ਜਾਂਦੇ ਆ। ਸਫੈਦਾ ਵਿਚਾਰਾ ਇਸੇ ਗੱਲੋਂ ਕਲਪੀ ਜਾਂਦਾ, ਮੇਰੇ ਤੇ ਦਿਲ ਜਾ ਐਵੇਂ ਬਣਾ ਗਏ। ਜੇ ਸਫੈਦਰਾ ਵਾਲ ਚੱਲੇ ਚਪੇੜ ਮਾਰੇ, ਜਿਹੜੇ ਬੈਂਚ ਤੇ ਬੈਠਦੇ ਉੱਥੇ ਲਿਖੀ ਜਾਣਗੇ ਪ੍ਰੀਤੀ ਲਵ ਯੂ, ਹਾਂ ਵੀ ਇੱਥੇ ਪ੍ਰੀਤੀ ਆਊਗੀ, ਤੂੰ ਬਸ ਬਹੁਤ ਮਹਾਨ ਸ਼ਖਸੀਅਤ ਤੇ ਆਪਾਂ। ਕਈਆਂ ਪ੍ਰੀਤੀਆਂ ਦੇ ਘਰ ਐਵੇਂ ਫਸਾਦ ਖੜਾ ਹੋ ਜਾਂਦਾ ਵੀ ਤੇਰਾ ਹੀ ਨਾਂ ਲਿਖਿਆ ਮਤਲਬ ਸੀ। ਉਂਗਲਾਂ ਟਿਕਦੀਆਂ ਨਹੀਂ ਨਾ। ਜੱਜ ਦਾ ਵਿਚਾਰ। ਟਾਣਾ ਸਾਹਿਬ ਸ਼ੌਂਕ ਦਾ ਵੀ ਕੋਈ ਮੁੱਲ ਹੁੰਦਾ? ਸ਼ੌਂਕ ਵਰਗੀ ਮੈਂ ਗੱਲ ਹੀ ਕੋਈ ਨਾ ਕਰੋ। ਜੀ ਸ਼ੌਂਕ ਵਰਗਾ ਤਾਂ ਕੋਈ ਮਸਲਾ ਹੀ ਨਹੀਂ ਹੁੰਦਾ। ਮੈਨੂੰ ਲੱਗਦਾ ਤੁਹਾਨੂੰ ਠੰਡ ਲੱਗ ਰਹੀ ਹੈ, ਕਿਉਂ? ਤੁਸੀਂ ਮਿੰਟ ਬਾਅਦ ਹੱਥ ਐ ਕਰ ਲੈਂਦੇ ਹੋ। ਪਤਾ ਨਹੀਂ ਕਿਉਂ ਅੱਜ ਕੱਲ ਮੈਨੂੰ ਨਾ ਆਦਤ ਆ, ਇਹ ਮੇਰਾ ਅੰਦਾਜ਼ ਬਣ ਗਿਆ। ਅੱਛਾ ਅੱਛਾ, ਅੱਗੇ ਮੋਢੇ ਮਾਰਨਾ ਸੀ। ਹਾਂ ਅੱਗੇ ਮੋਢੇ ਮਾਰਦਾ ਸੀ ਮੈਂ ਐ ਕਰਕੇ। ਅੱਛਾ ਹਾਂਜੀ ਉਹ ਥੋੜਾ ਜਿਹਾ ਕਾਂਬਾ ਜਿਹਾ ਵੀ ਚੜਦਾ, ਫਿਰ ਐਂ ਜੇ ਗੱਲ ਵਲੇਟੀ ਜਿਹੀ ਜਾਂਦੀ ਆ। ਪਰ ਤੁਸੀਂ ਵਲੇਟੀ ਗੱਲ ਰਹਿਣ ਥੋੜੀ ਜਿਹੜੀ ਨਹੀਂ ਮੈਂ ਕਿੰਨੇ ਦਿਨਾਂ ਤੋਂ ਵੇਖ ਰਹੀ ਹਾਂ ਵੀ ਟਾਣਾ ਸਾਹਿਬ ਮਿੰਟ ਬਾਅਦ ਐ ਹੱਥ ਕਰ ਲੈਂਦੇ ਆ ਵੀ ਠੰਡ ਲੱਗਦੀ ਹੈ ਸ਼ਾਇਦ। ਚਲੋ ਕੋਈ ਗੱਲ ਨਹੀਂ। ਗੱਲ ਇਹ ਆ ਵੀ ਜਿਹੜਾ ਸ਼ੌਕ ਹੁੰਦਾ ਨਾ, ਹਾਂ ਇਹ ਸ਼ੌਕ ਪੂਰ ਲੈਣੇ ਚਾਹੀਦੇ ਆ। ਜੀ ਬੰਦੇ ਦਾ ਪਤਾ ਹੀ ਕੋਈ ਨਹੀਂ, ਪਾਣੀ ਦਾ ਬੁਲਬੁਲੇ ਵਰਗਾ ਬੰਦਾ। ਜ਼ਿੰਦਗੀ ਇੱਕ ਵਾਰ ਮਿਲੀ, ਜ਼ਿੰਦਗੀ ਇੱਕ ਵਾਰ ਮਿਲਦੀ ਹੈ ਤੇ ਜੇ ਇੱਕ ਵਾਰ ਹੀ ਜੀ ਲਈ ਜਾਏ ਤਾਂ ਇੱਕ ਵਾਰ ਹੀ ਕਾਫੀ ਹੈ। ਬਹੁਤ ਬਿਲਕੁਲ ਸਹੀ ਗੱਲ ਆ। ਜੀ ਆਪਾਂ ਐਵੇਂ ਕਰੀ ਜਾਗੇ ਵੀ ਭਾਈ ਪਹਿਲਾਂ ਹੁਣ ਚਿੜੀ ਬਣਾਂਗੇ ਤੇ ਬੰਦਾ ਬਣ ਕੇ ਆਪਾਂ ਲੱਲਰ ਲਾ ਤੇ ਹੁਣ ਚਿੜੀ ਬਣ ਕੇ ਲਾਵਾਂਗੇ। ਬਿਲਕੁਲ ਬੰਬਲ ਹੀ ਪੱਟੇ ਆ। ਫਿਰ ਤੋਤਾ ਬਣ ਜਾਾਂਗੇ, ਫਿਰ ਕਿਸੇ ਦੇ ਬੇਰ ਹੀ ਖਾਵਾਂਗੇ, ਫਿਰ ਛਤਰੌਲ ਪੈਣਗੇ, ਹਾਂ ਫਿਰ ਕੁਝ ਹੋਰ ਬਣ ਜਾਾਂਗੇ। ਐਵੇਂ ਟੁਕ ਟੁਕ ਕੇ ਅਮਰੂਦ ਸਿੱਟੀ ਹਾਂ ਜਾਵਾਂਗੇ। ਵੀ ਐਵੇਂ ਆਪਾਂ ਬੰਦਾ ਰਹਿ ਕੇ ਕੀ ਕੀਤਾ ਵੀ ਜਿਹੜਾ ਗਾਂ ਕੋਈ ਹੋਰ ਚੀਜ਼ਾਂ ਬਣ ਕੇ ਆਪਾਂ ਕੋਈ ਲੱਲਰ ਲਾਵਾਂਗੇ। ਕੁਝ ਨਹੀਂ ਕੀਤਾ ਆਪਾਂ ਕੁਝ ਕਰੀਏ ਜ਼ਿੰਦਗੀ ਦੇ ਵਿੱਚ, ਹਾਂ ਕੁਝ ਚੰਗਾ ਕਰੀਏ। ਜੀ ਸਾਨੂੰ ਮਾੜਾ ਮੋਟਾ ਕੋਈ ਚਾਰ ਬੰਦੇ ਚੇਤੇ ਕਰਨ, ਇਹ ਨਾ ਹੋਵੇ ਗਵਾਂਢੀ ਵੀ ਕਹਿਣ ਚਲੋ ਚੰਗਾ ਹੀ ਹੋਇਆ ਕਿਹੜਾ ਛੁੱਟੇ। ਨਿੱਤ ਲਹੂ ਪੀਂਦਾ ਸੀ। ਸਹੀ ਗੱਲ ਹੈ, ਕੁਝ ਤਾਂ ਚੰਗਾ ਕਰੀਏ। ਪਰ ਖੈਰ ਚਲੋ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਸਿਆਣੇ ਕਹਿੰਦੇ ਨੇ। ਟਾਣਾ ਸਾਹਿਬ ਇੱਕ ਬੰਦੇ ਨੇ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ 19 ਲੱਖ ਰੁਪਇਆ ਖਰਚ ਦਿੱਤਾ। 19 ਲੱਖ ਬੰਦੇ ਕੋਲੇ ਹੋਣਗੇ ਪੈਸੇ, ਜਿਹਦੇ ਕੋਲੇ ਪੈਸੇ ਹੋਣ ਨਾ ਉਹਨੂੰ 19 ਲੱਖ ਵੀ ਐਵੇਂ ਹੀ ਲੱਗਦਾ। ਬਿਲਕੁਲ ਸਹੀ ਹੈ। ਜਿਹਦੇ ਕੋਲੇ ਨਾ ਹੋਣ ਉਹਨੂੰ 19 ਰੁਪਏ ਵੀ ਬਹੁਤ ਵੱਡੀ ਗੱਲ ਪਰ ਲੱਗਦੀ। ਤੁਸੀਂ ਇਹ ਪੁੱਛੋ ਨਾ ਵੀ ਉਹਨੇ ਸ਼ੌਕ ਕਿਹੜਾ ਪੂਰਾ ਮੈਂ ਕੀਤਾ। ਬਾਅਦ ਦੇ ਵਿੱਚ ਪੁੱਛੂੰਗਾ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ ਨਾ। ਅੱਛਾ ਅੱਛਾ ਦੇਖੋ ਹੁਣ ਮੰਨ ਲਓ ਅੱਜ ਮੇਰੀ ਜੇਬ ਦੇ ਵਿੱਚ 600 ਤੇ ਮੇਰਾ ਖਿਆਲ ਵੀ 40 ਕੁ ਰੁਪਏ ਆ। ਹਾਂਜੀ ਹੁਣ ਜੇ ਮੈਨੂੰ ਕਹੇ ਵੀ 25 30 50 ਵਾਲਾ ਸ਼ੌਕ ਪੂਰਾ ਕਰ ਲਾ ਤੇ ਆਪਾਂ ਕਰ ਲੈਣਾ। ਮੂੰਗਫਲੀ ਲੈ ਆਉਣੀ ਆਪਾਂ, ਹਾਂ ਹੁਣੇ ਖਾ ਲੈਣੀ ਸਾਡੇ ਨਿੱਕੇ ਨਿੱਕੇ ਚਾਹ, ਹਾਂ ਸਾਡੇ ਛੋਟੇ ਛੋਟੇ ਅਰਮਾਨ, ਸਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ, ਅਸੀਂ 19 ਲੱਖ ਰੁਪਏ ਕਿੱਥੇ ਲਾਉਣਾ? ਜੀ 19 ਲੱਖ ਹੈਗਾ ਵੀ ਹੈ, ਪਹਿਲਾਂ ਤਾਂ 19 ਇਹ ਲੱਖ ਸੋਚਣ ਹੋਵੇ ਵਾਲੀ ਗੱਲ ਹੈ। ਜੇ 19 ਲੱਖ ਹੋਵੇ ਹਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਦਿਨ ਦੀ ਛੁੱਟੀ ਕਰਦਾ। ਹਾਂ ਇਹ ਮੇਰਾ ਜਵਾਬ ਆ। ਹਾਂ ਮੈਂ ਨਹੀਂ ਆ ਸਕਦਾ ਅੱਜ। ਮੈਂ ਨਹੀਂ ਜਾ ਸਕਦਾ, ਹਾਂ ਮੈਂ ਤਾਂ ਵੀ ਠੰਡ 'ਚ। ਹਾਂ ਖਾਤੇ 'ਚ ਪੈਸੇ ਪਏ ਆ, ਜੱਟਾ ਜੈਸ਼ ਕਰੂ। ਹਾਂ ਤੁਸੀਂ ਜੇ ਵੀ ਹੁੰਦਾ ਕਹਿਣਾ ਹੀ ਹੈ ਨਹੀਂ ਕਿ ਹੁਣ ਕੀ ਕਰੀਏ। ਚਲੋ ਕੋਈ ਨਹੀਂ, ਫਿਰ ਦਿਹਾੜੀ ਦੱਪਾ ਲਾ ਰਹੇ ਆ, ਕੋਈ ਨਹੀਂ ਜ਼ਿੰਦਗੀ ਗੁਜ਼ਾਰ ਰਹੇ ਆ। ਪਰ ਗੱਲ ਇਹ ਤੁਸੀਂ ਇਹ ਪੁੱਛੋ 19 ਲੱਖ ਰੁਪਏ ਸ਼ਖਸ ਨੇ ਕਿੱਥੇ ਖਰਚੇ? ਕਿੱਥੇ ਖਰਚੇ? ਭੇੜੀਆ ਬਣਨ ਤੇ। ਉਹ ਰੱਬ ਦਾ ਨਾਂ ਲਿਆ ਕਰੋ। ਮੈਂ ਕੀ ਕਰਾਂ ਹੁਣ? ਉਹਨੂੰ ਚਾਹ ਸੀ ਬਚਪਨ ਤੋਂ ਭੇੜੀਆ ਬਣਨ ਦਾ। ਅੱਛਾ ਪਤਾ ਨਹੀਂ ਇਹਨੇ ਕਿਹੜੀ ਭੇੜੀਆ ਆ ਕਹਾਣੀ ਸੁਣ ਲਈ ਹੋਊਗੀ। ਇਹਨੂੰ ਬਚਪਨ ਤੋਂ ਸ਼ੌਂਕ ਸੀ ਵੀ ਮੈਂ ਭੇੜੀਆ ਬਣਨਾ। ਕਿੱਥੋਂ ਦਾ ਸੀ ਇਹ ਬੰਦਾ ਜਾਪਾਨ ਦਾ ਤੇ ਉਹਦੇ ਲਈ ਇਹਨੇ ਭੇੜੀਏ ਵਾਲਾ ਸੂਟ ਸਵਾਇਆ ਵੀ ਮੈਂ ਪਾ ਕੇ ਪੜੀ ਤਾਂ ਭੇੜੀਆ ਖਬਰ ਬਣ ਮੈਂ ਵੀ ਆ। ਕਹਿੰਦੇ ਵੀ ਇਹਨਾਂ ਦਾ ਭੇੜੀਆ ਬਣਨ ਦਾ ਬੜਾ ਚਾਅ ਸੀ। ਨਿੱਕੇ ਹੁੰਦੇ ਤੋਂ ਇਹਦਾ ਸੁਪਨਾ ਸੀ ਵੀ ਮੈਂ ਵੱਡਾ ਹੋ ਕੇ ਭੇੜੀਆ ਬਣੂੰਗਾ। ਹਾਂਜੀ ਇਹਨੇ ਫਿਰ ਪੈਸੇ ਪੂਸੇ ਇਕੱਠੇ ਕੀਤੇ। ਲਓ ਜੀ ਇਹਨੇ ਫਿਰ ਜਾ ਕੇ ਨਾ ਇੱਕ ਦਰਜੀ ਕੋਲੇ ਉਹਨੂੰ ਕਹਿੰਦਾ ਵੀ ਮੈਨੂੰ ਨਾ ਇਹੋ ਜਿਹੀ ਇੱਕ ਜੈਕਟ ਜਾਂ ਇਹੋ ਜਿਹੇ ਮੇਰੇ ਲੀੜੇ ਲੂੜੇ ਬਣਾ ਕੇ ਦੇ, ਮੈਂ ਬਸ ਭੇੜੀਆ ਲੱਗਾ। ਉਹਨੇ ਫਿਰ ਜੀ ਲਾਏ ਕਈ ਮਹੀਨੇ, 5-6 ਮਹੀਨਿਆਂ ਦੇ ਵਿੱਚ ਇਹਦਾ ਝੱਗਾ ਝੁੱਗਾ ਤਿਆਰ ਕੀਤਾ ਉਹਨੇ। 50 ਦਿਨ ਲੱਗੇ ਅਸਲ 'ਚ। ਅੱਛਾ ਹਾਂ 5-6 ਮਹੀਨੇ ਨਹੀਂ, ਟਾਣਾ ਸਾਹਿਬ 1.5 ਮਹੀਨਾ ਹੀ। ਉਹ ਕੋਈ ਬੰਬਲ ਬੰਬਲ ਲਾਉਣ ਤੇ ਟਾਈਮ ਵੀ ਲੱਗ ਜਾਂਦੇ ਆ। ਅੱਛਾ ਅੱਛਾ ਉਹਨੇ ਉਹ 50 ਜੱਤ ਦਿਨ ਜੁੱਤ ਲਾਉਣ ਤੇ ਸਮਾਂ ਲੱਗਾ ਉਹਦੇ। ਹਾਂ ਲਓ ਜੀ ਉਸ ਤੋਂ ਬਾਅਦ ਫਿਰ ਇਹਨੇ ਹੁਣ ਲੀੜੇ ਪਾਏ ਆ। ਇਹਨੇ ਸੋਸ਼ਲ ਮੀਡੀਆ ਤੇ ਫੋਟੋਆਂ ਪਾਈਆਂ। ਇਹ ਕਹਿੰਦਾ 19 ਲੱਖ ਰੁਪਇਆ ਲੱਗ ਗਿਆ ਪਰ ਚੀਜ਼ ਬਣ ਗਈ। ਅੱਛਾ ਹਾਂਜੀ ਤੇ ਹੁਣ ਉਹ ਚੀਜ਼ ਪਾ ਕੇ ਤੇ ਲੋਕਾਂ ਨੂੰ ਡਰਾਉਂਦਾ ਫਿਰਦਾ। ਬਸ ਕਹਿੰਦਾ ਮਨ ਦੀ ਮੌਜ ਆ। ਹਾਂ ਬਿਲਕੁਲ, ਦੇ ਲੋ ਸ਼ੌਂਕ ਕਿਹੋ ਜਿਹੇ ਬਾਹਰਲੇ ਲੋਕਾਂ ਦੇ ਸ਼ੌਕ ਦੇਖੋ ਕਿਵੇਂ ਹੁੰਦੇ ਹਨਾ, ਕਮਾਲ ਹੀ ਹੁੰਦੇ ਆ। ਜਿਹੜੇ ਗੋਰਿਆਂ ਦੇ ਸ਼ੌਕ ਕਿਵੇਂ ਹੁੰਦੇ ਹਨਾ, ਹਾਂਜੀ ਕਮਾਲ ਹੁੰਦੇ ਆ। ਹਾਂ ਸਾਡੇ ਵਾਲੇ ਉਹ ਗੋਰੇ ਕਹਿਣਗੇ ਬੱਚੇ ਨੂੰ ਵੀ ਭਾਈ ਤੂੰ ਨਾ ਆ ਜਿਹੜਾ ਹੁੰਦਾ ਸਮੁੰਦਰ ਹੁੰਦਾ ਬੀਚ ਦੇ ਉੱਤੇ, ਵੀ ਭਾਈ ਉੱਥੋਂ ਤੱਕ ਜਾਈ। ਹਾਂ ਅੱਗੇ ਨਾ ਜਾਈ, ਵੀ ਇੱਥੋਂ ਤੱਕ ਤੇਰੇ ਪਾਣੀ ਆਵੇ ਬੇਟਾ ਬੇਟੀ, ਪਰ ਇੱਥੋਂ ਤੱਕ ਨਹੀਂ ਆਉਣ ਦੇਣਾ ਕਿਉਂਕਿ ਤੂੰ ਡੁੱਬ ਸਕਦਾ। ਸਾਡੇ ਵਾਲੇ ਵੇ ਤੂੰ ਮਰ ਜਾਏਗਾ, ਵੇ ਅੱਗ ਲੱਗਣਾ ਤੇਰਾ ਪਿਓ ਔਰ ਤੇਰਾ ਬੂਥਾ ਭਨਾਉ ਤੇਰਾ ਮੈਂ, ਤੂੰ ਪਾਣੀ 'ਚ ਵੜੀ ਸਹੀ ਤੇਰਾ ਭੰਨੂ ਲੱਤਾਂ ਤੇਰੀਆਂ।
ਉਹ ਕਹਿਣਗੇ ਵੀ ਸਵਿਮਿੰਗ ਦੇ ਕਰਕੇ ਆਓ ਬੇਟਾ, ਮੈਂ ਤੇਰੇ ਨਾਲ ਚੱਲਦਾ। ਸਵਿਮਿੰਗ ਬਹੁਤ ਨਾਈਸਲੀ ਕਰਨੀ, ਆਪਾਂ ਇਦਾਂ ਕਰਨਾ। ਸਾਡੇ ਵਾਲੇ ਤੂੰ ਡੁੱਬ ਗਿਆ, ਤੇਰੀ ਹਿੱਕ ਤੇ ਬਹਿ ਜਾਊ। ਜਦੋਂ ਡੁੱਬ ਹੀ ਗਿਆ ਫਿਰ ਐਂਡ ਵਾਲੀ ਗੱਲ ਫੇਰ ਕਰ ਦੇਣੀ ਹੈ। ਅੱਧੀਆਂ ਗਾਲਾਂ ਪਿਓ ਨੂੰ ਵੀ ਵਿੱਚੇ ਹੁੰਦੀਆਂ। ਉਹ ਦੱਸਣਗੇ ਵੀ ਜੇਕਰ ਉੱਤੇ ਅੱਗ ਲੱਗ ਜੇ ਤੇ ਫਿਰ ਤੁਸੀਂ ਉਤਰਨਾ ਕਿਵੇਂ ਆ। ਜੇ ਉੱਤੇ ਮਨ ਚੌਥੀ ਪੰਜਵੀਂ ਮੰਜ਼ਲ 'ਚ ਵੀ ਤੁਸੀਂ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਦਾ ਬਚਾਅ ਕਰਨਾ। ਆਪਣੇ ਵਾਲਾ ਤੂੰ ਵਿੱਚੇ ਹੀ ਫੂਕਿਆ ਜਾਣਾ, ਤੈਨੂੰ ਅੱਗ ਲੱਗ ਜਾਣੀ, ਤੈਨੂੰ ਅੱਗ ਲੱਗ ਜਾਣੀ, ਤੈਨੂੰ ਮੈਂ ਲਾਊਂ। ਆਪਣੇ ਵਾਲੀ ਅਖੀਰਲੀ ਗੱਲ ਸਹੀ ਹੈ, ਐ ਹੀ ਹੁੰਦਾ। ਚਲੀਏ ਆਪਾਂ ਡਾਕਟਰ ਸਾਹਿਬ, ਆਪਾਂ ਵੀ ਅਖੀਰਲੀ ਗੱਲ ਕਰੀਏ ਹੁਣ। ਜਾਣ ਦਾ ਵੇਲਾ ਹੋ ਗਿਆ ਜੀ, ਪਰ ਪ੍ਰਤੀਕਿਰਿਆ ਆਪਣੀ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਦੋਵਾਂ ਨੂੰ ਫਿਲਹਾਲ ਦਿਓ ਇਜਾਜ਼ਤ, ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।